ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। मेरी संगत पोच सोच दिन राती, मेरा कर्म कुटिलता जन्म को भांति। राम गोसैया जी के जीवना, मोहि न बिसारो मैं जन तेरा। मेरी हरहूँ विपत जन करहूँ सो भाई, चरण न छाडो शरीर कल जाई। कहो रविदास पर हो तेरी सांबा, कहो रविदास पर हो तेरी सांबा। बेग मिल हो जन करना बिलांबा। साडी तोड़ निभायो जी, साडी तोड़ निभायो जी। चरनी लगिया दी तोड़ निभायो जी, चरनी लगिया दी। साडी तोड़ निभायो जी, चरनी लगिया दी तोड़ निभायो जी, चरनी लगिया दी साडी तोड़ निभायो जी, चरनी लगिया दी तोड़ निभायो जी, चरनी लगिया दी। तोड़ निभायो जी, चरनी लगिया दी तोड़ निभायो जी, चरनी लगिया दी। तोड़ निभायो जी, साडी तोड़ निभायो जी, तोड़ निभायो जी, साडी तोड़ निभायो जी। साडी तोड़ निभायो जी, चरनी लगिया दी तोड़ निभायो जी, चरनी लगिया दी। तोड़ निभायो जी, चरनी लगिया दी तोड़ निभायो जी, चरनी लगिया दी। सब दर छड़ के तेरा दर मलिया, सब दर छड़ के तेरा दर मलिया, छड़ के तेरा दर मलिया, सब दर छड़ के तेरा दर मलिया।
ਨਿਭਾਇਓ ਜੀ ਚਰਨੀ ਲੱਗਿਆਂ ਦੀ ਤੋੜ ਨਿਭਾਇਓ ਜੀ ਚਰਨੀ ਲੱਗਿਆਂ ਦੀ ਨਿਵਾਇਓ ਜੀ ਚਰਨੀ ਲੱਗਿਆ ਜੀ 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 ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਸਤਿਗੁਰ ਜੀ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਸਤਿਗੁਰ ਜੀ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਦਾਤਾ ਜੀ ਪੱਲੇ ਨਾਲ ਲਾਈ ਰੱਖਿਓ ਸਤਿਗੁਰ ਜੀ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਪੱਲੇ ਨਾਲ ਲਾਈ ਰੱਖਿਓ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਖ ਜਾਹੇਂਗੇ ਸਤ ਭਾਖੈ ਰਵਿਦਾਸ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ ਹਵ ਕਿਛ ਤਿਆਗੀ ਹੱਬੇ ਸਾਕ ਕੂੜਾਵੇ ਡਿਠੇ ਹੱਬੇ ਸਾਕ ਕੂੜਾਵੇ ਡਿਠੇ ਤੋ ਪੱਲੇ ਟੰਡ ਲਾਗੀ ਮੇਰੀ ਬਾहें ना छोटी जी गुरु जी मैं लड़ पड़िया तेरा मेरी बाहें ना छोटी जी गुरु जी मैं लड़ पड़िया तेरा मेरी बाहें ना छोटी जी गुरु जी मैं लड़ पड़िया तेरा मेरी बाहें ना छोटी जी गुरु जी मैं लड़ पड़िया तेरा बाहें ना छोटी गुरु जी मैं लड़ पड़िया तेरा मेरी बाहें ना छोटी गुरु जी मैं
ਫੜਿਆ ਤੇਰਾ ਮੇਰੀ ਬਾਹੇ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਹੇ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਣੀ ਨਾ ਛੋਟੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਬਾਣੀ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਣੀ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਬਾਣੀ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਸਾਹਿਬ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਸਾਹਿਬ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੈਂ ਲੜ ਫੜਿਆ ਤੇਰਾ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਹੇ ਨਾ ਛੋਟੀ ਜੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਹੇ ਨਾ ਛੋਟੀ ਜੀ ਸਾਹਿਬ ਜੀ ਮੈਂ ਲੜ ਫੜਿਆ ਤੇਰਾ ਮੇਰੀ ਬਾਣੀ ਨਾ ਛੋਟੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਬਾਣੀ ਨਾ ਛੋਟੀ ਜੀ ਸਾਹਿਬ ਜੀ ਮੈਂ ਲੜ ਫੜਿਆ ਤੇਰਾ ਬਾਣੀ ਨਾ ਛੋਟੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਬਾਣੀ ਨਾ ਛੋਟੀ ਗੁਰੂ ਜੀ ਮੈਂ ਲੜ ਫੜਿਆ ਤੇਰਾ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡ ਭਾਗੇ ਹੋ ਦੀਨ ਦੁਨੀਆ ਦੇ ਮਾਲਕ ਸ਼ਬਦ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਹੋ ਜਿੰਨੀ ਵੀ ਸੰਗਤ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਜੁੜ ਕੇ ਬੈਠੇ ਹੋ ਇਸੇ ਤਰ੍ਹਾਂ ਮਨ ਬਿਰਤੀਆਂ ਨੂੰ ਜੋੜ ਕੇ ਮਨ ਨੂੰ ਬਾਹਰਲੇ ਖਿਆਲਾਂ ਤੋਂ ਰੋਕ ਕੇ ਹਾਜ਼ਰੀ ਭਰਨੀ ਹੈ। ਬਾਕੀ ਜਿਹੜੀ ਸੰਗਤ ਅਜੇ ਘਰਾਂ ਵਿੱਚ ਆ ਉਹਨਾਂ ਨੂੰ ਬੇਨਤੀ ਹੈ ਗੁਰੂ ਸਾਹਿਬ ਦਾ ਗੁਰਪੁਰਬ ਹੋਵੇ ਘਰ ਵਿੱਚ ਬੈਠੇ ਸੋਹਣੇ ਨਹੀਂ ਲੱਗਦੇ ਇਸ ਲਈ ਬੇਨਤੀ ਹੈ ਘਰਾਂ ਦੇ ਕੰਮ ਕਾਰ ਛੱਡਦੇ ਹੋਏ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆ ਕੇ ਹਾਜ਼ਰੀ ਭਰੋ। ਆਓ ਸਾਧ ਸੰਗਤ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗੇ ਉਹਨਾਂ ਦੇ ਪਿਆਰ ਵਿੱਚ ਆਪਾਂ ਜੁੜ ਕੇ ਬੈਠੀਏ। ਕੀਰਤਨ ਕਰਨ ਦੀ ਬਖਸ਼ੋ ਆਗਿਆ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਨਾਲ ਸਤਸੰਗ ਦਾ ਜਿਹੜਾ ਸਮਾਂ ਪ੍ਰਾਪਤ ਹੁੰਦਾ ਹੈ ਅੱਜ ਤੁਹਾਡੇ ਸਾਡੇ ਵੱਡੇ ਭਾਗ ਨੇ ਜੋ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਬਹਾਲਿਆ ਹੋਇਆ ਹੈ। ਪੂਰਬਲਾ ਕੋਈ ਚੰਗਾ ਕਰਮ ਬੀਜਿਆ ਹੁੰਦਾ ਜਿਹੜਾ ਅੱਜ ਅਸੀਂ ਵੱਢ ਰਹੇ ਹਾਂ ਤੇ ਅੱਗੇ ਵਾਸਤੇ ਸਾਧ ਸੰਗਤ ਜੀ ਚੰਗਾ ਬੀਜ ਰਹੇ ਹਾਂ। ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਅੰਦਰ ਮਨਾਇਆ ਜਾਂਦਾ ਹੈ। ਗੁਰਮੁਖੋ ਦਿਨ ਦਿਹਾੜੇ ਵੀ ਉਹਨਾਂ ਦੇ ਮਨਾਏ ਜਾਂਦੇ ਜਿਹੜੇ ਦੇਸ਼ ਕੌਮ ਲਈ ਸਮਾਜ ਲਈ ਕੁਝ ਕਰਕੇ ਜਾਂਦੇ। ਆਖੋ ਸਤਨਾਮ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਨਾਮ ਦੀ ਵੱਡੀ ਕਮਾਈ ਜਿਨ੍ਹਾਂ ਨੇ ਆਪਣੇ ਸਮਾਜ ਦੇ ਲਈ ਜੇਲ੍ਹਾਂ ਤੱਕ ਵੀ ਕੱਟੀਆਂ ਸਮਾਜ ਨੂੰ ਬਰੋਬਰ ਕਰਨ ਦਾ ਯਤਨ ਕੀਤਾ ਤੇ ਸਾਧ ਸੰਗਤ ਜੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋਟ ਵੱਡੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨਾਲ ਮਹਾਰਾਜ ਨੇ ਮੱਥਾ ਲਾਇਆ ਆਪਣੇ ਸਮਾਜ ਨੂੰ ਸੁੱਖ ਦੇਣ ਲਈ। ਅੱਜ ਤਾਈਓ ਸਭ ਪਾਸੇ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਤੇ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਵਸ ਜਾਂਦਾ ਉਹਨਾਂ ਦੀ ਫਿਰ ਜੈ ਜੈਕਾਰ ਰਹਿੰਦੀ ਦੁਨੀਆ ਤੱਕ ਹੁੰਦੀ ਹੈ।
ਸੋ ਆਓ ਉਸ ਮਹਾਨ ਰਹਿਬਰ ਦੇ ਪਿਆਰ ਵਿੱਚ ਆਪਾਂ ਰਲ ਕੇ ਹਾਜ਼ਰੀ ਭਰੀਏ। 1433 की माघ सुदी 15 दुखियों के कल्याण हित प्रगटे श्री रविदास। दुखियां ਦਾ ਕਲਿਆਣ ਕਰਨ ਲਈ ਰੱਬ ਦੀ ਜੋਤ ਧਰਤੀ ਤੇ ਸੰਸਾਰ ਤੇ ਪ੍ਰਗਟ ਹੋਈ। 1433 ਸੰਮਤ 1377 ਈਸਵੀ ਨੂੰ ਮਾਘ ਦੀ ਪੁੰਨਿਆ ਅੰਮ੍ਰਿਤ ਵੇਲੇ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸ਼ਾਂ ਜੀ ਦੀ ਕੁੱਖ ਤੋਂ ਰੱਬੀ ਨੂਰ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਕਾਂਚੀ ਬਨਾਰਸ ਦੀ ਧਰਤ ਦੇ ਭਾਗ ਜਾਗੇ, ਜਿਹਦੇ ਵਿੱਚ ਅੱਲਾ ਦਾ ਨੂਰ ਆਇਆ। ਅਨੰਤ ਕਲਾ ਲੈ ਕੇ ਠਾਕੁਰ ਆਪ ਚੜਿਆ, ਸ਼ਕਤੀ ਭਗਤੀ ਦੇ ਨਾਲ ਭਰਪੂਰ ਆਇਆ। ਜਿਹੜੇ ਡਾਢੇ ਮਜਲੂਮਾਂ ਤੇ ਜ਼ੁਲਮ ਕਰਦੇ ਕੱਢਣ, ਉਹਨਾਂ ਦੇ ਮਨੋਂ ਗੁਰੂਰ ਆਇਆ। ਸ਼ੀਸ਼ੇ ਵਾਂਗਰਾਂ ਕਰੇਗਾ ਸਾਫ਼ ਉਸ ਨੂੰ, ਜਿਹਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ। ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ, ਪਿਤਾ ਸੰਤੋਖ ਦਾਸ ਜੀ ਦੇ ਘਰ ਰੱਬੀ ਨੂਰ ਆਇਆ। ਆਖੋ ਸਤਨਾਮ ਵਾਹਿਗੁਰੂ। ਅੱਜ ਸਭ ਪਾਸੇ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਗੁਰੂ ਮਹਾਰਾਜ ਜੀ ਦੇ ਨਾਮ ਦੀ ਵੱਡੀ ਕਮਾਈ। ਕੋਈ ਨਗਰ ਐਸਾ ਨਹੀਂ ਜਿੱਥੇ ਨਾ ਰੌਣਕਾਂ ਲੱਗੀ ਹੋਵੇ। ਸਾਰਾ ਨਗਰ, ਹਰ ਨਗਰ ਇੱਕ ਦੂਜੇ ਤੋਂ ਚੜ੍ਹ ਕੇ ਪਿਆਰ ਵਿੱਚ ਮਹਾਰਾਜ ਜੀ ਦਾ ਆਗਮਨ ਪਰ ਮਨਾਉਂਦੇ ਸਾਰੇ। ਸਾਧ ਸੰਗਤ ਜੀ, ਇਹ ਪ੍ਰੇਮ ਦੀ ਖੇਡ ਹੈ। ਜੇ ਦਿਲ ਵਿੱਚ ਪ੍ਰੇਮ ਸੱਚਾ ਹੋਵੇ ਤੇ ਮਾਲਕ ਦੀ ਵੀ ਤਾਈਓ ਪ੍ਰਾਪਤੀ ਹੁੰਦੀ ਹੈ। ਸਾਡਾ ਸਭਨਾਂ ਦਾ ਫਰਜ਼ ਬਣਦਾ ਆਪਾਂ ਆਪਣੇ ਗੁਰੂ ਸਾਹਿਬਾਨ ਜੀ ਦਾ ਆਗਮਨ ਪਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਕਰੀਏ। ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰ ਵਿੱਚ ਹੁਣ ਆਪਾਂ ਸਾਰਿਆਂ ਨੇ ਰਲ ਕੇ ਹਾਜ਼ਰੀ ਭਰਨੀ। ਇਸੇ ਤਰ੍ਹਾਂ ਮਨ ਬਿਰਤੀਆਂ ਨੂੰ ਜੋੜ ਕੇ ਬਹਿਣਾ ਹੈ, ਕਿਉਂਕਿ ਕੀਰਤਨ ਕਰਨ ਦਾ ਆਨੰਦ ਵੀ ਫਿਰ ਤਾਂ ਹੀ ਆਉਂਦਾ ਜੇ ਸੰਗਤ ਪਿਆਰ ਨਾਲ ਸੁਣ ਰਹੀ ਹੋਵੇ। ਸੰਗਤ ਨੂੰ ਤੇ ਚਾਹੀਦਾ ਸੀ ਵੀ ਅੱਜ ਗੁਰੂ ਘਰ ਭੋਗ ਪੈਣਾ, ਪਹਿਲਾਂ ਹੀ ਸਮੇਂ ਨਾਲ ਭੋਗ ਦੇ ਸ਼ਲੋਕ ਆਰੰਭ ਹੋਣ ਤੋਂ ਪਹਿਲਾਂ ਪਹੁੰਚ ਜਾਂਦੇ, ਪਰ ਅਜੇ ਵੀ ਸੰਗਤ, ਕਿਉਂਕਿ ਫਿਰ ਉੱਦਾਂ ਟਿਕਾ ਨਹੀਂ ਬਣਦਾ, ਉਹ ਪ੍ਰੇਮ ਨਹੀਂ ਬਣਦਾ। ਇਸ ਲਈ ਸੰਗਤ ਨੂੰ ਬੇਨਤੀ ਹੈ, ਸਮੇਂ ਨਾਲ ਹੀ ਆਇਆ ਕਰੋ। ਸਾਡੇ ਮਹਾਂਪੁਰਖ ਬਚਨ ਕਰਿਆ ਕਰਦੇ ਸੀ, ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਗੁਰੂ ਮਹਾਂਪੁਰਖਾਂ ਦੇ ਪਿਆਰ ਵਿੱਚ ਆਰੰਭ ਕਰਾਉਂਦੇ ਹਾਂ। ਅਸੀਂ ਆਪਣੇ ਬੱਚਿਆਂ ਤੇ ਵਿਆਹਾਂ ਤੇ ਅਖੰਡ ਪਾਠ ਘਰਾਂ ਵਿੱਚ ਰਖਾਉਂਦੇ ਹਾਂ। ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਪਰ ਅਸੀਂ ਕੋਲ ਬੈਠ ਕੇ ਬਾਣੀ ਨਹੀਂ ਸੁਣਦੇ। ਆਖੋ ਸਤਨਾਮ ਵਾਹਿਗੁਰੂ। ਜੇ ਮਹਾਰਾਜ ਦੀ ਬਾਣੀ ਕੋਲ ਬੈਠ ਕੇ ਸੁਣਨੀ ਨਹੀਂ ਤੇ ਫਿਰ ਪਾਠ ਕਰਾਉਣ ਦਾ ਵੀ ਕੀ ਫਾਇਦਾ। ਘਰ ਵਿੱਚ ਕੋਈ ਰਿਸ਼ਤੇਦਾਰ ਆਵੇ, ਆਪਾਂ ਉਹਨੂੰ ਕਹੀਏ ਵੀ ਤੂੰ ਇੱਥੇ ਬਹਿ ਜਾ, ਫਿਰ ਤੈਨੂੰ ਮਿਲਦੇ ਆ, ਮੁੜ ਕੇ ਫਿਰ ਗੱਲੇ ਨਾ ਕਰੀਏ, ਨਾ ਬਾਤ ਪੁੱਛੀਏ। ਅਗਲਾ ਨਿਰਾਸ਼ ਹੋ ਜਾਂਦਾ ਵੀ ਮੈਨੂੰ ਘਰ ਬੁਲਾ ਲਿਆ, ਮੇਰੇ ਕੋਲ ਤੇ ਬੈਠਾ ਹੀ ਨਹੀਂ। ਉਹੀ ਕੰਮ ਸਾਡਾ, ਗੁਰੂ ਨੂੰ ਘਰ ਬੁਲਾ ਲੈਂਦੇ ਆ, ਕੋਲ ਬਹਿੰਦੇ ਨਹੀਂ, ਫਿਰ ਕਹਿੰਦੇ ਕਾਰਜ ਰਾਸ ਨਹੀਂ ਹੁੰਦੇ। ਆਖੋ ਸਤਨਾਮ ਵਾਹਿਗੁਰੂ। ਉਹ ਤੇ ਜਿੱਦਾਂ ਦਾ ਸਾਧ ਸੰਗਤ ਜੀ ਸਾਡੀ ਸ਼ਰਧਾ, ਉੱਦਾਂ ਦਾ ਸਾਨੂੰ ਫਲ ਪ੍ਰਾਪਤ ਹੋਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਵੱਧ ਤੋਂ ਵੱਧ ਕਰਿਆ ਕਰੋ, ਕੋਲ ਬੈਠ ਕੇ ਬਾਣੀ ਸੁਣਿਆ ਕਰੋ। ਜੇ ਪੂਰਾ ਅਖੰਡ ਪਾਠ ਸਾਹਿਬ ਨਾ ਸੁਣ ਹੋਵੇ ਕੋਈ ਵਜ੍ਹਾ ਕਰਕੇ, ਮਹਾਰਾਜ ਕਹਿੰਦੇ ਭੋਗ ਦੇ ਸ਼ਲੋਕ ਹੈ ਨਾ ਜਿਹੜੇ, ਜੇ ਸਾਰਾ ਪਰਿਵਾਰ ਉਹ ਇਕੱਠਾ ਹੋ ਕੇ ਬੈਠ ਕੇ ਸੁਣ ਲਵੇ ਤਾਂ ਵੀ ਪੂਰੇ ਅਖੰਡ ਪਾਠ ਸਾਹਿਬ ਦਾ ਫਲ ਸਤਿਗੁਰੂ ਝੋਲੀ ਪਾ ਦਿੰਦੇ। ਆਖੋ ਸਤਨਾਮ ਵਾਹਿਗੁਰੂ। ਪਰ ਆਪਾਂ ਤੇ ਸਾਰਾ ਕੁਝ ਹੀ ਹੋ ਜਾਂਦਾ, ਫਿਰ ਹੀ ਆਪਾਂ ਹਾਜ਼ਰੀ ਭਰਦੇ ਹਾਂ। ਸੰਗਤ ਜੀ, ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ। ਉਹਨਾਂ ਦੀ ਆਤਮਿਕ ਜੋਤ ਜਿੰਨਾ ਅਦਬ ਸਤਿਕਾਰ ਹੋਵੇ ਉਨਾ ਥੋੜ੍ਹਾ ਹੈ। ਆਓ ਹੁਣ ਉਸ ਮਹਾਨ ਰਹਿਬਰ ਦੇ ਗੁਣਾਂ ਨੂੰ ਗਾਣਾ ਕਰੀਏ। ਅੱਜ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਅੱਜ ਲੱਗੀਆਂ ਰੌਣਕਾਂ ਜੀ ਵੇਖੀਆਂ, ਨਾਮ ਦੀ ਕਮਾਈ ਬੋਲਦੀ। ਅੱਜ ਲੱਗੀਆਂ ਰੌਣਕਾਂ ਵੇਖੀਆਂ, ਅੱਜ ਸਾਧ ਸੰਗਤ ਜੀ ਸਭ ਪਾਸੇ ਰੌਣਕ ਲੱਗੀ ਹੋਈ ਹੈ।
ਕੋਈ ਨਗਰ ਐਸਾ ਨਹੀਂ ਜਿੱਥੇ ਨਾ ਗੁਰਪੁਰਬ ਮਨਾਇਆ ਜਾਂਦਾ ਹੋਵੇ। ਪੂਰਾ ਸੰਸਾਰ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਿਹਾ, ਕਿਉਂਕਿ ਉਹਨਾਂ ਦੀ ਨਾਮ ਦੀ ਵੱਡੀ ਕਮਾਈ। ਆਖੋ ਸਤਿਨਾਮ ਵਾਹਿਗੁਰੂ। ਤੇ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਬੈਠੇ ਹੋ। ਸਤਿਗੁਰੂ ਜੀ ਕਹਿੰਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਧੰਨ ਹੈ ਜਿਹਦੇ ਘਰ ਦੇ ਵਿੱਚ ਕਿਸੇ ਸਾਧੂ ਦਾ, ਕਿਸੇ ਗੁਰੂ ਮਹਾਂਪੁਰਖ ਦਾ ਜਨਮ ਹੁੰਦਾ, ਆਉਣਾ ਹੁੰਦਾ। ਉਹ ਪਿਤਾ ਧੰਨ ਹੈ। ਧੰਨ ਧੰਨ ਕੁਲ, ਸਤਿਗੁਰੂ ਜੀ ਕਹਿੰਦੇ ਉਹ ਕੁਲ ਵੀ ਧੰਨ ਹੈ। ਜਿਹੜੀ ਕੁਲ ਦੇ ਵਿੱਚ ਗੁਰੂ ਮਹਾਂਪੁਰਖ ਜਨਮ ਲੈ ਲੈਂਦੇ, ਉਸ ਕੁਲ ਨੂੰ ਵੀ, ਉਸ ਸਮਾਜ ਨੂੰ ਵੀ ਧੰਨ ਕਰ ਦਿੰਦੇ। ਕੌਣ ਪੁੱਛਦਾ ਸੀ? ਲੋਕੀ ਛਿੱਟਾ ਲੈ ਕੇ ਲੰਘਦੇ ਸੀ, ਇੰਨੀ ਈਰਖਾ। ਪਰ ਜੇ ਇਸ ਸਮਾਜ ਨੂੰ, ਇਸ ਕੁਲ ਨੂੰ ਧੰਨ ਕੀਤਾ, ਉੱਚਾ ਚੁੱਕਿਆ, ਤੇ ਕੀਤਾ ਹੀ ਗੁਰੂ ਰਵਿਦਾਸ ਜੀ ਮਹਾਰਾਜ ਨੇ। ਆਖੋ ਸਤਿਨਾਮ ਵਾਹਿਗੁਰੂ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਜਿਹੜੀ ਮਾਂ ਕਿਸੇ ਗੁਰੂ ਮਹਾਂਪੁਰਖ ਨੂੰ ਜਨਮ ਦਿੰਦੀ ਹੈ, ਮਹਾਰਾਜ ਦੀ ਬਾਣੀ ਕਹਿੰਦੀ ਉਹ ਮਾਂ ਵੀ ਧੰਨ ਹੈ। ਆਓ ਧੰਨ ਮਾਤਾ ਕਲਸ਼ਾਂ ਜੀ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰੀਏ। ਧੰਨ ਮਾਤਾ ਕਲਸ਼ਾਂ ਜੀ, ਜਿਨ੍ਹਾਂ ਨੇ ਐਸੇ ਸੂਰਮੇ ਇਨਕਲਾਬੀ ਮਹਾਂਪੁਰਖ ਨੂੰ ਜਨਮ ਦਿੱਤਾ, ਜਿਹਨੇ ਸਾਡੇ ਗਰੀਬਾਂ ਨਿਮਾਣਿਆਂ ਦੀ ਬਾਹ ਫੜੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਮਾਤਾ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਧੰਨ ਧੰਨ ਹੈ ਬਾਣੀ ਕਹਿੰਦੀ। ਧੰਨ ਧੰਨ ਹੈ ਬਾਣੀ ਕਹਿੰਦੀ। ਧੰਨ ਹੈ ਬਾਣੀ ਕਹਿੰਦੀ। ਧੰਨ 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 ਹੈ ਬਾਣੀ ਕਹਿੰਦੀ। ਧੰਨ ਧੰਨ ਹੈ ਬਾਣੀ ਕਹਿੰਦੀ। ਸਾਧੂਆਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸੰਤਾਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸਾਧੂਆਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸਾਧੂਆਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸਾਧੂਆਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸਾਧੂਆਂ ਦੀ ਮਾਤਾ ਨੂੰ ਧੰਨ ਧੰਨ ਹੈ ਬਾਣੀ ਕਹਿੰਦੀ। ਸਤਿਗੁਰੂ ਜੀ ਕਹਿੰਦੇ ਉਹ ਪਿਤਾ ਧੰਨ ਹੈ, ਉਹ ਕੁਲ ਧੰਨ ਹੈ, ਉਹ ਮਾਂ ਧੰਨ ਹੈ, ਜਿਨ੍ਹਾਂ ਦੇ ਘਰ ਵਿੱਚ ਗੁਰੂ ਮਹਾਂਪੁਰਖਾਂ ਦਾ ਜਨਮ ਹੁੰਦਾ, ਆਉਣਾ ਹੁੰਦਾ। ਆਖੋ ਸਤਿਨਾਮ ਵਾਹਿਗੁਰੂ। ਜਿੱਥੇ ਮਾਤਾ ਨੂੰ ਧੰਨ ਆਖਿਆ, ਪਿਤਾ ਨੂੰ ਧੰਨ ਆਖਿਆ, ਜਿੱਥੇ ਕੁਲ ਨੂੰ ਧੰਨ ਆਖਿਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ। ਐਸੇ ਸਤਿਪੁਰਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਧੰਨ ਹੈ। ਇੱਕ ਵਾਰੀ ਨਹੀਂ, 3 ਵਾਰੀ ਧੰਨ ਆਖਿਆ। ਜਿਹੜੇ ਮਹਾਂਪੁਰਖ ਸੰਸਾਰ ਦੇ ਵਿੱਚ ਆ ਕੇ ਮਾਤ ਲੋਕ ਦੇ ਜੀਵਨ ਦਾ ਭਲਾ ਕਰਦੇ ਨੇ, ਨਾਮ ਜਪਦੇ ਜਪਾਉਂਦੇ ਨੇ, ਆਪ ਚੰਗੇ ਕਰਮ ਕਰਦੇ ਨੇ, ਦੂਜਿਆਂ ਨੂੰ ਚੰਗੇ ਕਰਮ ਕਰਨ ਤੇ ਲਾਉਂਦੇ ਐ, ਐਸੇ ਮਹਾਂਪੁਰਖਾਂ ਦਾ ਸੰਸਾਰ ਵਿੱਚ ਆਉਣਾ ਧੰਨ। ਸਰੀਰ ਕਰਕੇ ਸੰਸਾਰ ਵਿੱਚ ਵਿਚਰਦੇ ਨੇ, ਉਹਨਾਂ ਦਾ ਰਹਿਣਾ ਧੰਨ। ਭਾਵੇਂ ਸਰੀਰ ਕਰਕੇ ਸੰਸਾਰ ਵਿੱਚੋਂ ਚਲੇ ਜਾਣ, ਉਹਨਾਂ ਦੀ ਯਾਦ ਵਿੱਚ ਫਿਰ ਵੀ ਹਜ਼ਾਰਾਂ ਸੰਗਤਾਂ ਮਾਲਕ ਦੇ ਚਰਨਾਂ ਨਾਲ ਜੁੜਦੀਆਂ। ਸਤਿਗੁਰੂ ਕਹਿੰਦੇ ਉਹਨਾਂ ਦਾ ਜਾਣਾ ਵੀ ਧੰਨ। ਆਖੋ ਸਤਿਨਾਮ ਵਾਹਿਗੁਰੂ। ਜਿਹੜੇ ਸੰਸਾਰ ਦੇ ਵਿੱਚ ਆ ਕੇ ਸੰਸਾਰੀ ਜੀਵਨ ਨੂੰ ਤਾਰਨਾ ਕਰਦੇ, ਐਸੇ ਗੁਰੂ ਮਹਾਂਪੁਰਸ਼ਾਂ ਦਾ ਆਉਣਾ ਧੰਨ ਹੈ। ਆਓ ਸਾਧ ਸੰਗਤ ਜੀ,
ਇਤਿਹਾਸ ਨਾਲ ਸਾਂਝ ਪਾਈਏ। ਗੁਰੂ ਰਵਿਦਾਸ ਮਹਾਰਾਜ ਜੀ ਨੇ ਅਨੇਕਾਂ ਰੂਹਾਂ ਦਾ ਭਲਾ ਕੀਤਾ। ਐਸੇ ਮਲਾਹ ਬਣ ਕੇ ਆਏ, ਪੂਰੇ ਸੰਸਾਰ ਨੂੰ ਤਾਰ ਗਏ, ਸਭਨਾਂ ਦਾ ਭਲਾ ਕਰ ਗਏ। ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਸੀ। ਜਦੋਂ ਨਾਮ ਦਾ ਪ੍ਰਤਾਪ ਵਧਿਆ, ਜਿਹੜਾ ਇੱਕ ਵਾਰੀ ਦਰਸ਼ਨ ਕਰ ਲੈਂਦਾ, ਜਿਹੜਾ ਇੱਕ ਵਾਰੀ ਸਤਸੰਗ ਸੁਣ ਲੈਂਦਾ, ਉਹ ਇਦਾਂ ਨਹੀਂ ਸੀ ਵੀ ਮੁੜ ਕੇ ਨਾ ਆਵੇ, ਆਉਣਾ ਪੈਂਦਾ ਸੀ। ਇੱਕ ਪ੍ਰੇਮ ਦੀ ਖਿੱਚ ਐਸੀ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ, ਮਹਾਰਾਜ ਦੀ ਵਡਿਆਈ ਦੂਰ ਦੂਰ ਤੱਕ ਫੈਲ ਗਈ। ਸੰਗਤ ਜੀ ਧਿਆਨ ਦਿਓ ਭਾਈ, ਇੱਕ ਸੇਵਾਦਾਰ ਵੀਰ ਨੂੰ ਬੇਨਤੀ, ਬੱਚਿਆਂ ਨੂੰ ਥੋੜਾ ਚੁੱਪ ਕਰਾ ਦਿਓ। ਬਾਕੀ ਸਾਰੀਆਂ ਭੈਣਾਂ ਮਨ ਜੋੜ ਕੇ ਬਹਿ ਜਾਓ। ਜਿਨ੍ਹਾਂ ਕੋਲ ਬੱਚੇ, ਬੱਚਿਆਂ ਦਾ ਖਿਆਲ ਰੱਖਿਓ, ਕਿਉਂਕਿ ਕਈਆਂ ਦਾ ਕੰਮ ਹੁੰਦਾ ਕੋਈ ਸੁਣੇ ਭਾਵੇਂ ਨਾ ਸੁਣੇ, ਆਪਣਾ ਰਾਗ ਰਤਨ ਜਿਹਾ ਚਲਾਈ ਜਾਣਾ। ਪਰ ਸਾਡੇ ਕੋਲ ਇਦਾਂ ਨਹੀਂ ਕੀਰਤਨ ਹੁੰਦਾ। ਸੰਗਤ ਪਿਆਰ ਨਾਲ ਸੁਣੇ, ਫਿਰ ਤਾਂ ਹੀ ਕੀਰਤਨ ਕਰਨ ਦਾ ਆਨੰਦ ਬਣਦਾ ਹੈ। ਇਸ ਲਈ ਮਨ ਜੋੜ ਕੇ ਬੈਠੋ ਭਾਈ। ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੁੱਖ ਲੈਣ ਦੇ ਲਈ ਸਮੇਂ ਦੇ 52 ਰਾਜੇ ਝੁਕੇ, ਰਾਜੇ ਰਾਣੀਆਂ ਮਹਾਰਾਜ ਜੀ ਦੇ ਸੇਵਕ ਬਣ ਗਈਆਂ। ਆਓ ਸਮੇਂ ਦੇ ਹਿਸਾਬ ਨਾਲ ਮੈਂ ਆਪ ਜੀ ਨਾਲ ਸਾਖੀ ਸਾਂਝੀ ਕਰਾਂ। ਗਗਨੌਰ ਸ਼ਹਿਰ ਦਾ ਰਾਜਾ ਪੀਪਾ ਹੋਇਆ। ਰਾਜੇ ਪੀਪੇ ਨੇ ਹਰ ਸਮੇਂ ਸੋਚਦੇ ਰਹਿਣਾ, ਉਦਾਸ ਰਹਿਣਾ। ਇਹਦਾ ਜਿਹੜਾ ਵਜ਼ੀਰ ਸੀ ਉਹ ਕਹਿਣ ਲੱਗਾ, ਰਾਜਨ ਤੁਸੀਂ ਰਾਜੇ ਮਹਾਰਾਜੇ ਹੋ, ਧਨ ਦੌਲਤ ਸਭ ਕੁਝ ਤੁਹਾਡੇ ਕੋਲ ਹੈ, ਪਰ ਫਿਰ ਵੀ ਤੁਸੀਂ ਉਦਾਸ ਜੇ ਰਹਿੰਦੇ ਹੋ, ਇਹਦਾ ਕਾਰਨ ਕੀ ਹੈ? ਰਾਜਾ ਪੀਪਾ ਕਹਿੰਦਾ, ਰਾਜਗੱਦੀ ਤੇ ਮੈਂ ਬੈਠਾ, ਮੇਰੇ ਕੋਲੋਂ ਬੜੇ ਗੁਨਾਹ ਵੀ ਹੋਏ, ਜੀਵ ਹੱਤਿਆ ਵੀ ਹੋਈਆਂ। ਮੇਰਾ ਮਨ ਇਹ ਗੱਲਾਂ ਸੋਚ ਕੇ ਹਮੇਸ਼ਾ ਦੁਖੀ ਰਹਿੰਦਾ। ਸਾਧ ਸੰਗਤ ਜੀ, ਕਈ ਵਾਰੀ ਘਰ-ਬਾਰ ਬਣ ਜਾਂਦੇ, ਗੱਡੀਆਂ ਕੋਠੀਆਂ ਸਭ ਕੁਝ ਮਿਲ ਜਾਂਦਾ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਆਖੋ ਸਤਿਨਾਮ। ਸੁੱਖ ਨਹੀਂ ਮਿਲਦਾ। ਸੁੱਖ ਮਿਲਦਾ ਕਿੱਥੇ ਹੈ? ਜੋ ਸੁੱਖ ਕੋ ਹੈ ਸਦਾ, ਸ਼ਰਨ ਰਾਮ ਕੀ ਲੇਹ। ਗੁਰੂ ਦੀ ਸ਼ਰਨ ਵਿੱਚ ਆ ਕੇ ਸੁੱਖ ਦੀ ਪ੍ਰਾਪਤੀ ਹੁੰਦੀ। ਆਖੋ ਸਤਿਨਾਮ। ਇਹ ਮਨ ਜਿਹੜਾ ਹੈ ਨਾ, ਜਿਹੋ ਜਿਹਾ ਵੇਖਦਾ ਉਹੋ ਜਿਹਾ ਅਸਰ ਕਬੂਲ ਲੈਂਦਾ ਹੈ। ਚੰਗਾ ਵੇਖਦਾ ਚੰਗਾ ਬਣਨ ਦੀ ਕੋਸ਼ਿਸ਼ ਕਰਦਾ, ਮਾੜਾ ਵੇਖਦਾ ਮਾੜਾ ਅਸਰ ਹੋ ਜਾਂਦਾ। ਜੇ ਮਨ ਦਾ ਟਿਕਾ ਹੁੰਦਾ ਤੇ ਟਿਕਾ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ, ਗੁਰੂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਹੁੰਦਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਪੂਰਿਆਂ ਗੁਰਾਂ ਦੀ ਫਿਰ ਕਿਰਪਾ ਹੋ ਜੇ, ਫਿਰ ਇਹ ਟਿਕਦਾ ਹੈ। ਰਾਜਾ ਪੀਪਾ ਕਹਿੰਦਾ, ਮੇਰਾ ਮਨ ਉਦਾਸ ਰਹਿੰਦਾ ਇਹਨਾਂ ਗੱਲਾਂ ਕਰਕੇ। ਇਹਦਾ ਵਜ਼ੀਰ ਕਹਿੰਦਾ, ਜੀ ਜੇ ਮੈਂ ਤੁਹਾਨੂੰ ਗੱਲ ਕਹਾਂ ਤੇ ਤੁਸੀਂ ਮੰਨਣੀ ਨਹੀਂ ਹੈ, ਪਰ ਹੈ ਤੁਹਾਡੇ ਫਾਇਦੇ ਦੀ ਗੱਲ ਹੈ। ਰਾਜਾ ਪੀਪਾ ਕਹਿੰਦਾ, ਦੱਸ। ਵਜ਼ੀਰ ਕਹਿੰਦਾ, ਜੀ ਵਾਰਾਣਸੀ ਸ਼ਹਿਰ ਕਾਂਚੀ ਦੀ ਧਰਤੀ ਤੇ ਸੀਰ ਗਵਰਧਨਪੁਰ ਨਗਰ ਦੇ ਵਿੱਚ ਇੱਕ ਮਹਾਤਮਾ ਰਹਿੰਦੇ ਨੇ, ਸਾਧੂ ਰਹਿੰਦੇ ਨੇ, ਸਾਈਂ ਲੋਕ, ਫਕੀਰ। ਉਹਨਾਂ ਦੀ ਬੰਦਗੀ ਬੜੀ ਹੈ, ਉਹਨਾਂ ਦਾ ਜਪ ਤਪ ਬੜਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦਾ ਨਾਮ ਹੈ। ਤੁਹਾਡੇ ਵਰਗੇ ਰਾਜੇ ਮਹਾਰਾਜੇ ਉਹਨਾਂ ਦੇ ਸੇਵਕ ਬਣੇ ਨੇ। ਵੱਡੇ ਵੱਡੇ ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ ਵਿੱਚ ਝੁਕਦੇ ਨੇ, ਉਹਨਾਂ ਦੇ ਸੇਵਕ ਨੇ। ਜੇ ਤੁਸੀਂ ਵੀ ਮਨ ਦਾ ਸੁੱਖ ਲੈਣਾ ਚਾਹੁੰਦੇ ਹੋ ਤੇ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਓ। ਆਖੋ ਸਤਿਨਾਮ। ਉਹ ਪੂਰਨ ਨੇ। ਪਰ ਹਾਂ ਰਾਜਨ, ਲੋਕੀ ਉਹਨਾਂ ਨੂੰ ਸ਼ੂਦਰ ਕਹਿੰਦੇ ਨਹੀਂ, ਚਮਿਆਰ ਜਾਤ ਨਾਲ ਉਹ ਸੰਬੰਧ ਰੱਖਦੇ ਆ। ਰਾਜਾ ਕਹਿੰਦਾ, ਫੇਰ ਤੇ ਜੇ ਮੈਂ ਚਲਾ ਗਿਆ ਲੋਕਾਂ ਨੇ ਮੈਨੂੰ ਵੇਖਣਾ ਪਿਆ ਇੱਕ ਕਸ਼ਤਰੀ ਰਾਜਪੂਤ। ਰਾਜਾ ਪੀਪਾ ਇੱਕ ਗਰੀਬ ਦੀ ਛਪਰੀ ਦੇ ਅੱਗੇ ਉਹਦੇ ਪੈਰਾਂ ਵਿੱਚ ਬੈਠਾ ਹੈ। ਨਹੀਂ ਨਹੀਂ, ਮੈਂ ਉੱਥੇ ਨਹੀਂ ਜਾ ਸਕਦਾ। ਇਹਨੇ ਟਾਲ ਮਟੋਲ ਜਿਹਾ ਫੇਰ ਕਰ ਦਿੱਤਾ। ਫਿਰ ਕੁਝ ਸਾਧੂਆਂ ਦੀ ਮੰਡਲੀ ਆਈ, ਉਹਨਾਂ ਦੇ ਕੋਲੋਂ ਪੁੱਛਿਆ। ਉਹਨਾਂ ਨੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜ਼ਿਕਰ ਕੀਤਾ, ਕਿਉਂਕਿ ਉਸ ਸਮੇਂ ਦੇ ਜਿਹੜੇ ਸਿੱਧ ਸੀ, ਨਾਥ ਸੀ, ਜੋਗੀ ਸੀ, ਸਾਰੇ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸੀ।
ਇੱਥੋਂ ਤੱਕ ਕਿ ਵਾਰਾਣਸੀ ਸ਼ਹਿਰ ਦੇ ਜਿਹੜੇ ਪੰਡਤ ਸਨ, ਵਿਦਵਾਨ ਸਨ, ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੇ ਨਾਮ ਸ਼ਰਣਾਈ ਰਵਿਦਾਸ ਦਾਸਾ। ਉਹ ਵੀ ਗੁਰੂ ਰਵਿਦਾਸ ਮਹਾਰਾਜ ਨੂੰ ਲੰਮੇ ਪੈ ਕੇ ਡੰਡੌਤ ਕਹਿੰਦੇ ਲੰਮੇ ਪੈ ਕੇ ਮੱਥਾ ਟੇਕਣ ਨੂੰ। ਇੰਨੇ ਵਿਦਵਾਨ ਸੀ ਗੁਰੂ ਰਵਿਦਾਸ ਜੀ ਮਹਾਰਾਜ। ਜਦੋਂ ਕਾਂਚੀ ਸ਼ਹਿਰ ਦੇ ਵਿੱਚ ਦੀ ਲੰਘਦੇ ਸੀ ਇੱਦਾਂ ਲੱਗਦਾ ਸੀ ਜਿਵੇਂ ਰੱਬ ਤੁਰਿਆ ਹੋਵੇ। ਆਖੋ ਸਤਨਾਮ ਵਾਹਿਗੁਰੂ। ਬੜੇ ਬੜੇ ਵਿਦਵਾਨ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਦੇ ਸੀ, ਇੰਨੇ ਮਹਾਗਿਆਨੀ ਸੀ। ਸਤਿਗੁਰੂ ਕਬੀਰ ਜੀ ਮਹਾਰਾਜ, ਗੁਰੂ ਰਵਿਦਾਸ ਮਹਾਰਾਜ ਜੀ ਬਹੁਤ ਵਿਦਵਾਨ। ਤੇ ਸਾਧ ਸੰਗਤ ਜੀ 70 ਸਾਲ ਇਕੱਠਿਆਂ ਰਹਿ ਕੇ ਮਹਾਂਪੁਰਖਾਂ ਨੇ, ਗੁਰੂਆਂ ਨੇ ਪ੍ਰਚਾਰ ਕੀਤਾ, ਸਮਾਜ ਦਾ ਭਲਾ ਕੀਤਾ। ਰਾਜਾ ਪੀਪਾ ਕਦੇ ਕਿਸੇ ਕੋਲੋਂ ਮਹਿਮਾ ਸੁਣਦਾ ਗੁਰੂ ਰਵਿਦਾਸ ਜੀ ਮਹਾਰਾਜ ਦੀ, ਕਦੇ ਕਿਸੇ ਕੋਲੋਂ। ਇਹਨੇ ਮਨ ਬਣਾ ਲਿਆ, ਕਹਿੰਦਾ ਇੱਕ ਵਾਰੀ ਦਰਸ਼ਨ ਜ਼ਰੂਰ ਕਰਨੇ। ਆਖੋ ਸਤਨਾਮ ਵਾਹਿਗੁਰੂ। ਇਸ ਲਈ ਸਾਧ ਸੰਗਤ ਜੀ ਹਰ ਰੋਜ਼ ਰਹਿਰਾਸ ਸਾਹਿਬ ਜੀ ਦਾ ਪਾਠ ਪੜ੍ਹਦੇ ਹੋ। ਮਹਾਰਾਜ ਜੀ ਦੇ ਬਚਨ ਨੇ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੋ ਪਰਿਆ, ਸੈਲ ਪੱਥਰ ਮੈਂ ਜਾਤੋ ਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਵਿੱਚ ਆ ਕੇ ਤਰਿਆ ਜਾਂਦਾ ਭਲਾ ਹੁੰਦਾ ਹੈ। ਰਾਜਾ ਪੀਪਾ ਸੋਚਦਾ ਕਦੋਂ ਜਾਵਾਂ। ਵਜ਼ੀਰ ਕਹਿੰਦਾ ਜੀ ਫਲਾਣੇ ਦਿਨ ਨੂੰ ਕਾਂਚੀ ਸ਼ਹਿਰ ਗੰਗਾ ਤੇ ਮੇਲਾ ਲੱਗਣਾ, ਬੀਚ ਨਛੱਤਰ ਦਾ ਪੁਰਬ। ਸਾਰੇ ਸ਼ਹਿਰ ਦੇ ਲੋਕ ਉੱਥੇ ਗਏ ਹੋਣੇ। ਉਸ ਸਮੇਂ ਤੁਹਾਨੂੰ ਮੌਕਾ ਮਿਲ ਜਾਣਾ, ਤੁਸੀਂ ਰਵਿਦਾਸ ਜੀ ਮਹਾਰਾਜ ਦੇ ਕੋਲ ਜਾ ਆਇਓ, ਦਰਸ਼ਨ ਕਰ ਆਇਓ। ਆਖੋ ਸਤਨਾਮ ਵਾਹਿਗੁਰੂ। ਮਨ ਦਾ ਸੁੱਖ ਲੈਣ ਦੇ ਲਈ ਰਾਜੇ ਪੀਪੇ ਨੇ ਤਿਆਰੀ ਕਰ ਲਈ। ਉਹ ਦਿਨ ਆ ਗਿਆ। ਰਾਜੇ ਮਹਾਰਾਜੇ ਵਾਲੇ ਵਸਤਰ ਲਾ ਕੇ ਸਾਦੇ ਖੱਦਰ ਦੇ ਚੱਟੇ ਕੱਪੜੇ ਪਾ ਲਏ। ਇੱਕ ਚਾਦਰ ਦੀ ਬੁੱਕੜ ਮਾਰ ਲਈ ਕਿ ਮੈਨੂੰ ਕੋਈ ਵੇਖ ਨਾ ਲਵੇ, ਪਹਿਚਾਣ ਨਾ ਲਵੇ ਕਿ ਰਾਜਾ ਪੀਪਾ ਹੈ। ਸਾਰੇ ਸ਼ਹਿਰ ਦੇ ਲੋਕ ਕਾਂਚੀ ਦੇ ਸਾਧ ਸੰਗਤ ਜੀ ਗੰਗਾ ਤੇ ਗਏ ਹੋਏ ਹੈ। ਤੇ ਰਾਜਾ ਪੀਪਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਉਹਨਾਂ ਦੀ ਸੰਗਤ ਕਰਨ ਲਈ, ਮਨ ਦਾ ਸੁੱਖ ਲੈਣ ਲਈ ਤੁਰ ਪਿਆ। ਆਖੋ ਸਤਨਾਮ ਗੁਰੂ ਦੀ ਸ਼ਰਨ ਵਿੱਚ ਹੀ ਆ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪੜਿਓ ਪਿਆਰ ਨਾਲ ਸਾਰੀ ਸੰਗਤ ਗੱਜ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਇੱਕੇ ਥਾ ਟਿਕੀ ਰਹਿਣ ਤੋਂ ਬਾਅਦ ਮਿਲਦਾ ਗੁਰ ਚਰਣਾ ਵਿੱਚ ਆ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਣਾ ਵਿੱਚ ਆ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਣਾ ਵਿੱਚ ਆ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਣਾ ਵਿੱਚ ਆ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਣਾ ਵਿੱਚ ਆ ਕੇ। ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਣਾ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਣਾ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਣਾ ਵਿੱਚ ਆ ਕੇ। Must be there,
ਦਾ ਟਿਕਾ ਤੇ ਮਨ ਦੀ ਸ਼ਾਂਤੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਆ ਕੇ ਮਿਲਦੀ। ਆਖੋ ਸਤਨਾਮ। ਵਾਹਿਗੁਰੂ। ਰਾਜਾ ਪੀਪਾ, ਸੰਗਤ ਜੀ ਧਿਆਨ ਦੇਣਾ, ਕਸ਼ਤਰੀ ਰਾਜਪੂਤ ਰਾਜਾ ਪੀਪਾ ਚਾਦਰ ਦੀ ਬੁੱਕਲ ਮਾਰੀ ਆ, ਕਾਂਚੀ ਸ਼ਹਿਰ ਆ ਗਿਆ। ਇੱਥੇ ਆ ਕੇ ਪੁੱਛਦਾ, ਕਹਿੰਦਾ ਸੀਰ ਗਵਰਧਨਪੁਰ ਨਗਰ ਕਿਹੜਾ? ਉੱਥੋਂ ਦੇ ਵਾਸੀਆਂ ਨੇ ਦੱਸਿਆ ਜੀ ਆ ਸੀਰ ਗਵਰਧਨਪੁਰ ਹੀ ਨਗਰ ਹੈ। ਕਹਿੰਦੇ ਗੁਰੂ ਰਵਿਦਾਸ ਮਹਾਰਾਜ ਇੱਥੇ ਰਹਿੰਦੇ ਆ? ਕਹਿੰਦੇ ਹਾਂ ਇੱਥੇ ਹੀ ਰਹਿੰਦੇ ਆ। ਰਾਜਾ ਪੀਪਾ ਸੋਚਦਾ ਸੀ ਆਉਂਦਾ ਆਉਂਦਾ ਦਿਲ ਵਿੱਚ, ਕਹਿੰਦਾ ਸੁਣਿਆ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਰਾਜੇ ਮਹਾਰਾਜੇ ਸੇਵਕ ਨੇ, ਜਿਨ੍ਹਾਂ ਦੇ ਰਾਜੇ ਮਹਾਰਾਜੇ ਸੇਵਕ ਹੋਣ ਉਹਨਾਂ ਨੇ ਤੇ ਬੜਾ ਤਕੜਾ ਆਸ਼ਰਮ ਬਣਾਇਆ ਹੋਣਾ। ਆਖੋ ਸਤਨਾਮ। ਵਾਹਿਗੁਰੂ। ਜਿਨ੍ਹਾਂ ਦੇ ਰਾਜੇ ਮਹਾਰਾਜੇ ਸੇਵਕ ਨੇ, ਬੜਾ ਤਕੜਾ ਆਸ਼ਰਮ ਹੋਏਗਾ। ਰਾਜਾ ਪੀਪਾ ਪਿੰਡ ਵਾਲਿਆਂ ਨੂੰ ਕਹਿੰਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ਰਮ ਕਿੱਥੇ ਹੈ? ਸੰਗਤ ਜੀ ਧਿਆਨ ਦਿਓ, ਉਹਨਾਂ ਦਾ ਮਹਿਲ ਕਿੱਥੇ ਹੈ? ਉਹ ਕਹਿੰਦੇ ਰਵਿਦਾਸ ਮਹਾਰਾਜ ਦਾ ਮਹਿਲ, ਉਹ ਮਹਿਲਾਂ ਵਿੱਚ ਨਹੀਂ ਰਹਿੰਦੇ। ਕਿੱਥੇ ਰਹਿੰਦੇ ਨੇ? ਉਹ ਵੇਖ ਸਾਹਮਣੇ ਇਮਲੀ ਦੇ ਬੂਟੇ ਦੇ ਥੱਲੇ ਜਿਹੜੀ ਕੁਟੀਆ ਪਈ ਆ ਨਾ, ਕੱਖਾਂ ਦੀ ਕੁੱਲੀ, ਉਹ ਤੇ ਉਹਨਾਂ ਵਿੱਚ ਹੀ ਰਹਿੰਦੇ ਆ। ਉੱਥੇ ਹੀ ਭਜਨ ਕਰਦੇ, ਉੱਥੇ ਹੀ ਕਿਰਤ ਕਰਦੇ, ਉਹਨਾਂ ਵਾਸਤੇ ਤੇ ਉਹੀ ਮਹਿਲ ਹੈ। ਆਖੋ ਸਤਨਾਮ। ਵਾਹਿਗੁਰੂ। ਇਹ ਦੁਨਿਆਵੀ ਸੋਚ ਨਾਲ ਸੋਚਦਾ, ਕਹਿੰਦਾ ਮਨਾ ਲੋਕੀ ਕਹਿੰਦੇ ਰਾਜੇ ਮਹਾਰਾਜੇ ਸੇਵਕ ਹੈ, ਤੇ ਕੱਖਾਂ ਦੀ ਕੁੱਲੀ ਵਿੱਚ ਬੈਠਾ ਹੈ, ਇਹ ਤੇ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ। ਲੋਕੀ ਕਹਿੰਦੇ ਰਾਜੇ ਮਹਾਰਾਜੇ ਸੇਵਕ ਨੇ। ਦੁਨਿਆਵੀ ਸੋਚ ਰਾਹੀਂ ਸੋਚਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਨ੍ਹਾਂ ਦੇ ਮਨ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੁੰਦੇ ਨੇ, ਭਾਵੇਂ ਉਹ ਕੋਠੀਆਂ ਵਿੱਚ ਰਹਿਣ, ਭਾਵੇਂ ਘਰਾਂ ਵਿੱਚ ਰਹਿਣ, ਸਾਧ ਸੰਗਤ ਜੀ ਭਾਵੇਂ ਉਹ ਕੋਠੀਆਂ ਬਣਾ ਕੇ ਰਹਿਣ, ਛਪਰੀ ਵਿੱਚ ਰਹਿਣ, ਮਹਾਰਾਜ ਕਹਿੰਦੇ ਉਹ ਰਾਜੇ ਨੇ, ਰਾਜੇ ਦੁਨੀਆ ਦੇ, ਜਿਨ੍ਹਾਂ ਦੇ ਪੱਲੇ ਨਾਮ ਦਾ ਧਨ ਹੈ। ਆਖੋ ਸਤਨਾਮ। ਵਾਹਿਗੁਰੂ। ਅਸੀਂ ਕਹਿੰਦੇ ਜਿਹਦੀ ਸਭ ਤੋਂ ਵੱਡੀ ਕੋਠੀ ਹੈ ਉਹ ਵੱਡਿਆਂ ਭਾਗਾਂ ਵਾਲਾ, ਜਿਹਦੇ ਕੋਲ ਧਨ ਦੌਲਤ ਜ਼ਿਆਦਾ ਉਹ ਸਭ ਤੋਂ ਵੱਡਿਆਂ ਭਾਗਾਂ ਵਾਲਾ। ਪਰ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਹੈ ਉਹ ਸਭ ਤੋਂ ਵੱਡਿਆਂ ਭਾਗਾਂ ਵਾਲਾ। ਆਖੋ ਸਤਨਾਮ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ, ਉਹ ਰਾਜਾ ਸਾਰੀ ਦੁਨੀਆ ਦਾ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰ ਕੇ ਨਾਮ ਦਾ, ਰਾਜਾ ਸਾਰੀ ਦੁਨੀਆ ਦਾ। ਬਾਣੀ ਕਹਿੰਦੀ ਰਾਜਾ ਸਾਰੀ ਦੁਨੀਆ ਦਾ, ਮੇਰੇ ਪਿਆਰੇ ਰਾਜਾ ਸਾਰੀ ਦੁਨੀਆ ਦਾ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ
ਕੋਲ ਨਾਮ ਦਾ ਧਨ ਹੈ। ਮਹਾਰਾਜ ਦੀ ਬਾਣੀ ਕਹਿੰਦੀ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿੰਦੇ ਹੁਣ ਉਹ ਰਾਜੇ, ਆਖੋ ਸਤਨਾਮ। ਵਾਹਿਗੁਰੂ ਰਾਜਾ ਪੀਪਾ ਰਾਜਾ ਹੋ ਕੇ ਸੋਚਦਾ, ਲੋਕੀ ਕਹਿੰਦੇ ਨੇ ਵੀ ਰਾਜੇ ਮਹਾਰਾਜ ਇਹਨਾਂ ਦੇ ਸੇਵਕ ਰਹਿੰਦੇ ਤੇ ਕੱਖਾਂ ਦੀ ਕੁੱਲੀ ਵਿੱਚ ਨੇ। ਕਹਿੰਦਾ ਚਲੋ ਕੋਈ ਨਹੀਂ, ਕੋਲ ਜਾ ਕੇ ਵੇਖਦੇ ਆ, ਜੇ ਕਿਤੇ ਗੁਰੂ ਰਵਿਦਾਸ ਮਹਾਰਾਜ ਮੈਨੂੰ ਆਪਣਾ ਸੇਵਕ ਬਣਾ ਲੈਣ, ਮੈਂ ਤੇ ਇਹਨਾਂ ਦੇ ਪੱਕੇ ਮਕਾਨ ਬਣਾ ਦੂੰ, ਮਹਿਲ ਬਣਾ ਦੂੰ, ਆਖੋ ਸਤਨਾਮ। ਵਾਹਿਗੁਰੂ ਰਾਜੇ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਤੇ ਖੁਦ ਨਿਰੰਕਾਰ, ਖੁਦ ਰੱਬ ਜ਼ੋਰ ਲਾ ਗਿਆ। ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮਨ ਬਦਲਣ ਦੀ ਕੋਸ਼ਿਸ਼ ਕੀਤੀ ਕਿ ਮਾਇਆ ਦਾ ਜਾਲ ਪੈ ਜੇ। ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੇਪਰ ਪੈਂਦੇ ਨੇ, ਕੋਈ ਪਾਸ ਹੋ ਜਾਂਦਾ, ਕੋਈ ਫੇਲ ਹੋ ਜਾਂਦਾ। ਜਿਹੜੇ ਗਲੀਆਂ 'ਚ ਘੁੰਮਦੇ ਨੇ ਅਵਾਰਾ, ਉਹਨਾਂ ਨੂੰ ਥੋੜ੍ਹੀ ਸਾਧ ਸੰਗਤ ਜੀ, ਜਿਹੜੇ ਨਹੀਂ ਪੜ੍ਹਦੇ ਉਹਨਾਂ ਦੇ ਥੋੜ੍ਹੀ ਪੇਪਰ ਪੈਣੇ। ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਬਣ ਜਾਂਦੇ ਐ, ਪਰਮਾਰਥ ਦੇ ਰਾਹ 'ਤੇ ਚੱਲਦੇ ਆ, ਉਹਨਾਂ ਦੇ ਪੇਪਰ ਵੀ ਪੈਂਦੇ। ਰੱਬ ਕਸਵੱਟੀਆਂ ਲਾ ਲਾ ਕੇ ਵੇਖਦਾ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਪਰਮੇਸ਼ਰ ਵੀ ਕਸਵੱਟੀਆਂ ਲਾ ਲਾ ਕੇ ਵੇਖਦਾ ਹੈ। ਕਹਿੰਦੇ ਕਿਸੇ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਰਖ ਕਰਨ ਦੇ ਲਈ ਸਾਧੂ ਦੇ ਭੇਸ ਵਿੱਚ ਖੁਦ ਪਰਮੇਸ਼ਰ ਜੀ ਆ ਗਏ। ਫਟੇ ਪੁਰਾਣੇ ਜੇ ਵਸਤਰ ਪਹਿਨੇ ਆ ਕਿ ਰਵਿਦਾਸ ਨੇ ਮੈਨੂੰ ਕਿਹੜਾ ਪਹਿਚਾਨਣਾ ਹੈ। ਆਪਣਾ ਜੋੜਾ ਖੋਲ ਕੇ ਅੱਗੇ ਰੱਖ ਦਿੱਤਾ। ਕਹਿੰਦੇ ਰਵਿਦਾਸ ਜੀ ਮੇਰਾ ਜੋੜਾ ਟੁੱਟ ਗਿਆ, ਕਿਰਪਾ ਕਰੋ ਇਹਨੂੰ ਗੰਢ ਦਿਓ, ਪਰ ਮੈਂ ਗਰੀਬ ਬਹੁਤ ਹਾਂ, ਮੇਰੇ ਕੋਲ ਦੇਣ ਲਈ ਤੁਹਾਨੂੰ ਮਾਇਆ ਨਹੀਂ, ਪੈਸੇ ਨਹੀਂ, ਮੈਂ ਬੜਾ ਗਰੀਬ ਹਾਂ, ਮੇਰਾ ਜੋੜਾ ਗੰਢ ਦਿਓ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਮਹਾਤਮਾ ਜੀ ਮੇਰੇ ਕੋਲ ਤੇ ਜੋੜਾ ਗੰਢਣ ਵਾਲਾ ਸਮਾਨ ਹੈ ਨਹੀਂ, ਤੂੰ ਅੱਗੇ ਲੰਘ ਜਾ, ਕਿਸੇ ਹੋਰ ਕੋਲੋਂ ਜੋੜਾ ਗੰਢਾ ਲੈ, ਆਖੋ ਸਤਿਨਾਮ। ਜਾ ਕੇ ਲੰਘ ਜਾ। ਕਹਿੰਦੇ ਰਵਿਦਾਸ ਜੀ ਮੈਂ ਤੁਹਾਡੀ ਮਹਿਮਾ ਸੁਣ ਕੇ, ਵਡਿਆਈ ਸੁਣ ਕੇ ਤੁਹਾਡੇ ਕੋਲ ਆਇਆ, ਤੁਹਾਡੀ ਮਹਿਮਾ ਸੁਣ ਕੇ ਵੀ ਤੁਸੀਂ ਗਰੀਬਾਂ ਦਾ ਭਲਾ ਕਰਦੇ ਹੋ। ਮੈਂ ਵੀ ਤੇ ਗਰੀਬ ਹਾਂ, ਵੇਖੋ ਮੇਰੇ ਫਟੇ ਪੁਰਾਣੇ ਜੇ ਕੱਪੜੇ ਐ, ਮੇਰੇ ਕੋਲ ਪੈਸੇ ਹੈ ਨਹੀਂ ਦੇਣ ਨੂੰ, ਮੇਰਾ ਜੋੜਾ ਗੰਢ ਦਿਓ, ਕਰ ਦਿਓ ਕਿਰਪਾ। ਸਤਿਗੁਰੂ ਜੀ ਕਹਿੰਦੇ ਮੇਰੇ ਕੋਲ ਜੋੜਾ ਗੰਢਣ ਵਾਲਾ ਸਮਾਨ ਹੀ ਹੈ ਨਹੀਂ, ਮਹਾਤਮਾ ਤੂੰ ਅੱਗੇ ਲੰਘ ਜਾ। ਉਹ ਕਹਿੰਦਾ ਰਵਿਦਾਸ ਜੀ ਤੁਸੀਂ ਰੱਬ ਦੇ ਭਗਤ ਹੋ ਕੇ ਝੂਠ ਬੋਲਦੇ ਹੋ ਕਿ ਜੋੜਾ ਗੰਢਣ ਵਾਲਾ ਸਮਾਨ ਹੈ ਨਹੀਂ। ਆ ਹੁਣੇ ਹੁਣੇ ਤਾਂ ਬੰਦਾ ਮੇਰੇ ਅੱਗੇ ਅੱਗੇ ਜੋੜਾ ਗੰਢਾ ਕੇ ਲੈ ਕੇ ਗਿਆ। ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਮੈਂ ਤੇ ਰੱਬ ਦਾ ਭਗਤ ਹੋ ਕੇ ਝੂਠ ਬੋਲਦਾ ਕਿ ਮੇਰੇ ਕੋਲ ਜੋੜਾ ਗੰਢਣ ਵਾਲਾ ਸਮਾਨ ਹੈ ਨਹੀਂ, ਤੂੰ ਆਪ ਰੱਬ ਹੋ ਕੇ ਝੂਠ ਬੋਲੀ ਜਿੰਨਾ ਕਿ ਦੇਣ ਨੂੰ ਪੈਸੇ ਹੈ ਨਹੀਂ, ਮਾਇਆ ਹੈ ਨਹੀਂ, ਮੈਂ ਬੜਾ ਗਰੀਬ ਹਾਂ। ਦਾਤਾ ਜੀ ਜੇ ਫਟੇ ਪੁਰਾਣੇ ਵਸਤਰ ਪਹਿਨ ਕੇ ਇਦਾਂ ਦਾ ਭੇਸ ਬਣਾ ਕੇ ਬੈਠਾ, ਇਹਦਾ ਮਤਲਬ ਇਹ ਥੋੜੀ ਵੀ ਮੈਂ ਤੈਨੂੰ ਪਹਿਚਾਣ ਨਹੀਂ ਸਕਦਾ। ਸਤਨਾਮ। ਮੈਂ ਤੇ ਦਿਨ ਰਾਤ ਤੈਨੂੰ ਚੇਤੇ ਕਰਦਾ, ਤੂੰ ਤੇ ਮੇਰੇ ਹਿਰਦੇ ਵਿੱਚ ਵਸਦਾ। ਮਾਲਕ ਜੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋੜੀ। ਪਰਮੇਸ਼ਰ ਨੇ ਉਸੇ ਸਮੇਂ ਕਿਹਾ ਰਵਿਦਾਸ ਜੀ ਤੁਸੀਂ ਮੈਨੂੰ ਬਹੁਤ ਪ੍ਰੇਮ ਕਰਦੇ ਹੋ, ਦੁਨੀਆ ਮੇਰੇ ਮਗਰ ਮਗਰ ਘੁੰਮਦੀ ਹੈ, ਦੁਨੀਆ ਮੇਰੇ ਮਗਰ ਮਗਰ ਘੁੰਮਦੀ ਹੈ, ਮੈਂ ਤੁਹਾਡੇ ਪਿਆਰ ਕਰਨ ਵਾਲਿਆਂ ਮਗਰ ਘੁੰਮਦਾ। ਮੈਨੂੰ ਇਹ ਦੱਸੋ ਆ ਤੁਸੀਂ ਛਪਰੀ ਵਿੱਚ ਰਹਿੰਦੇ ਹੋ, ਬਰਖਾ ਹੁੰਦੀ, ਮੀਂਹ ਪੈਂਦਾ, ਛਪਰੀ ਵਿੱਚ ਚਿੱਕੜ ਹੀ ਚਿੱਕੜ ਹੋ ਜਾਂਦਾ, ਚਿੱਕੜ ਵਿੱਚ ਬਹਿ ਕੇ ਵੀ ਤੁਸੀਂ ਮੈਨੂੰ ਕਦੇ ਦਿਲੋਂ ਨਹੀਂ ਭੁਲਾਇਆ, ਫਿਰ ਵੀ ਮੇਰਾ ਸ਼ੁਕਰਾਨਾ ਕਰ ਦਿਓ। ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ। ਵੇਖਿਆ ਨਹੀਂ ਜਾਂਦਾ ਮਕਾਨ ਬਣਾ ਦੇਵਾਂ, ਬਣਾ ਦਈਏ, ਸੋਨੇ ਦੇ ਮਤਲਬ ਦਈਏ। ਸਤਿਗੁਰੂ ਜੀ ਕਹਿੰਦੇ ਜੇ ਰੰਗ ਚਾੜਨਾ ਫਿਰ ਨਾਮ ਵਾਲਾ ਚਾੜ, ਦੁਨੀਆ ਦੇ ਝੂਠੇ ਰੰਗਾਂ ਦੀ ਲੋੜ ਹੀ ਨਹੀਂ, ਆਖੋ ਸਤਨਾਮ। ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜਦਾ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਝੂਠੇ ਰੰਗ ਕਾਨੂੰ ਚਾੜਦਾ।
ਨਾਮ ਵਾਲਾ ਚਾੜਾ, ਦੁਨੀਆ ਦੇ ਝੂਠੇ ਰੰਗਾਂ ਦੀ ਲੋੜ ਹੀ ਨਹੀਂ, ਨਾਮ ਦਾ ਰੰਗ ਦਿਓ। ਰਵਿਦਾਸ ਜੀ ਤੁਸੀਂ ਮੈਨੂੰ ਪਹਿਚਾਣ ਲਿਆ? ਕਹਿੰਦੇ ਜੀ ਪਿਤਾ ਦੀ ਪਹਿਚਾਣ ਪੁੱਤਰ ਹੀ ਕਰਦੇ ਆ। ਦਾਤਾ ਜੀ ਨਾਮ ਜਪਣ ਦਾ ਸਮਾਂ ਮਿਲ ਜਾਂਦਾ, ਦਸਾਂ ਨੋਹਾਂ ਦੀ ਕਿਰਤ ਵਿੱਚ ਮੇਰਾ ਗੁਜ਼ਾਰਾ ਚੱਲਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਕਿਰਪਾ ਕਰ ਮੇਰੇ ਮਨ ਨੂੰ ਇਸ ਪਾਸੇ ਨੂੰ ਨਾ ਭੇਜ, ਇਹਨੂੰ ਆਪਣੇ ਨਾਮ ਦਾ ਰੰਗ ਬਖਸ਼। ਵੇਖੋ ਜੀ, ਲੋਕਾਂ ਨੂੰ ਤੇ ਆਮ ਇਦਾਂ ਲੱਗਦਾ ਸੀ ਵੀ ਸ਼ਾਇਦ ਕੋਈ ਜੋੜੇ ਗੰਢਣ ਵਾਲਾ ਆਮ ਇਨਸਾਨ ਬੈਠਾ ਹੈ, ਪਰ ਜਿਨ੍ਹਾਂ ਨੇ ਪਹਿਚਾਣ ਕਰ ਲਈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਵੇਖੋ ਪਿਛਲੇ ਸਾਲ ਮੇਰਾ ਖਿਆਲ ਜੋਤੀ ਜੋਤ ਦਿਵਸ ਤੇ ਆਪ ਜੀ ਨੇ ਇਹ ਇਤਿਹਾਸ ਸਰਵਣ ਕੀਤਾ ਸੀ, ਬਾਣੀ ਕਿੱਦਾਂ ਮਹਾਰਾਜ ਦੀ ਵਿੱਚ ਆਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਪਹਿਚਾਣ ਕੀਤੀ ਬਰੋਬਰ ਬਹਾਲ ਲਿਆ। ਉਹ ਰਵਿਦਾਸ ਮਹਾਰਾਜ ਜੀ ਬਰੋਬਰ ਬੈਠੋ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਕੱਲੇ ਜੋੜੇ ਨਹੀਂ ਗੰਢਦੇ, ਜਿਹੜਾ ਜੋੜਾ ਗੰਢਾਣ ਬਹਾਨੇ ਇਸ ਕੰਮ ਬਹਾਨੇ ਮਹਾਰਾਜ ਦੀ ਸ਼ਰਨ ਚ ਆ ਜੇ, ਸਤਿਗੁਰੂ ਉਹਨੂੰ ਵੀ ਰੱਬ ਨਾਲ ਗੰਢ ਦਿੰਦੇ। ਆਖੋ ਸਤਿਨਾਮ। ਉਹ ਤਾਂ ਟੁੱਟਿਆਂ ਦਿਲਾਂ ਨੂੰ ਜੀ ਗੰਢਦਾ, ਲੋਕੀ ਕਹਿੰਦੇ ਜੋੜੇ ਗੰਢਦਾ। ਉਹ ਤਾਂ ਟੁੱਟਿਆਂ ਦਿਲਾਂ ਨੂੰ ਜੀ ਗੰਢਦਾ, ਲੋਕੀ ਕਹਿੰਦੇ ਜੋੜੇ ਗੰਢਦਾ। ਰੱਬ ਨਾਲ ਜੋੜਦੇ, ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਉਹ ਇਕੱਲੇ ਜੋੜੇ ਨਹੀਂ ਸੀ ਗੰਢਦੇ, ਜਿਹੜਾ ਜੋੜਾ ਗੰਢਾਣ ਬਹਾਨੇ ਉਹਨਾਂ ਦੀ ਸ਼ਰਨ ਵਿੱਚ ਆ ਜੇ, ਰੱਬ ਦੇ ਘਰ ਦੀ ਗੱਲ ਸੁਣਾ ਕੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਰੱਬ ਨਾਲ ਗੰਢ ਦਿੰਦੇ ਸੀ। ਆਖੋ ਸਤਿਨਾਮ। ਰਾਜਾ ਪੀਪਾ ਸੋਚਦਾ ਹੈ ਇਹ ਕੱਖਾਂ ਦੀ ਕੁੱਲੀ 'ਚ ਰਹਿੰਦੇ ਨੇ, ਮੈਨੂੰ ਆਪਣਾ ਸੇਵਕ ਬਣਾ ਲੈਣ ਤੇ ਮੈਂ ਇਹਨਾਂ ਦੇ ਪੱਕੇ ਮਕਾਨ ਬਣਾ ਦੇਵਾਂ, ਮਹਿਲ ਬਣਾ ਦੇਵਾਂ। ਕੋਲ ਆ ਗਿਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਮਲੀ ਦੇ ਬੂਟੇ ਦੇ ਥੱਲੇ ਬੈਠੇ ਆ, ਦਸਾਂ ਨੋਹਾਂ ਦੀ ਕਿਰਤ ਕਰ ਰਹੇ, ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ ਜੁੜਿਆ ਹੋਇਆ ਹੈ। ਰਾਜਾ ਪੀਪਾ ਆਇਆ, ਇਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਕੋਲ ਚੌਂਕੜਾ ਮਾਰ ਕੇ ਬਹਿ ਗਿਆ। 2 ਮਿੰਟ ਲੰਘੇ, 4 ਮਿੰਟ ਲੰਘੇ, ਰਾਜਾ ਪੀਪਾ ਸੋਚਦਾ ਵੀ ਇਹਨਾਂ ਨੇ ਮੇਰੇ ਵੱਲ ਵੇਖਿਆ ਵੀ ਨਹੀਂ। ਮੈਂ ਰਾਜਾ ਪੀਪਾ, ਜੇ ਕਿਸੇ ਸਾਧੂ ਸੰਤ ਮਹਾਤਮਾ ਦੇ ਡੇਰੇ ਚਲਿਆ ਜਾਵਾਂ, ਵੱਡੇ ਵੱਡੇ ਮਹਾਤਮਾ ਮੇਰਾ ਸਤਿਕਾਰ ਕਰਦੇ ਕਿ ਰਾਜਾ ਪੀਪਾ ਆਇਆ, ਇੰਨਾ ਸਤਿਕਾਰ ਕਰਦੇ ਆ। ਇੱਕ ਐਸੇ ਸਾਧੂ ਨੇ, ਇੱਕ ਐਸੇ ਗੁਰੂ ਮਹਾਪੁਰਖ ਨੇ, ਇਹਨਾਂ ਨੇ ਤੇ ਮੇਰੇ ਵੱਲ ਤੱਕਿਆ ਵੀ ਨਹੀਂ। ਆਖੋ ਸਤਿਨਾਮ। ਬੈਠਾ ਰਿਹਾ, ਬੜਾ ਲੰਮਾ ਸਮਾਂ ਹੋ ਗਿਆ। ਸੋਚਦਾ ਵੀ ਸ਼ਾਇਦ ਮੈਨੂੰ ਨਾ ਜਾਣਦੇ ਹੋਣ ਪੇ ਮੈਂ ਕੌਣ ਆ। ਰਾਜੇ ਪੀਪੇ ਨੇ, ਸੰਗਤ ਜੀ ਧਿਆਨ ਦਿਓ ਭਾਈ, ਰਾਜੇ ਪੀਪੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਲਾ ਦਿੱਤਾ। ਥੈਲੀ ਵਿੱਚੋਂ ਕੱਢੀਆਂ ਸੋਨੇ ਦੀਆਂ ਮੋਹਰਾਂ, ਅੱਗੇ ਰੱਖ ਕੇ ਢੇਰ ਲਾ ਦਿੱਤਾ। ਕਹਿੰਦਾ ਹੁਣ ਵੇਖਣਗੇ ਮੇਰੇ ਵੰਨੀ ਗੁਰੂ ਰਵਿਦਾਸ ਮਹਾਰਾਜ ਜੀ, ਹੁਣ ਵੇਖਣਗੇ ਮੈਨੂੰ ਵੀ ਸੋਨੇ ਦੀਆਂ ਮੋਹਰਾਂ ਚੜਾਈਆਂ ਕੋਈ ਰਾਜਾ ਹੋਏਗਾ। ਮਹਾਰਾਜ ਨੇ ਫੇਰ ਵੀ ਨਹੀਂ ਵੇਖਿਆ। ਇਹ ਬੜਾ ਹੈਰਾਨ ਹੋਇਆ ਵੀ ਮੈਂ ਰਾਜਾ ਗਗਨੌਰ ਸ਼ਹਿਰ ਦਾ, ਸੋਨੇ ਦੀਆਂ ਮੋਹਰਾਂ ਦਾ ਬਾਬੇ ਮੋਹਰੇ ਢੇਰ ਲਾ ਦਿੱਤਾ, ਬਾਬਾ ਫੇਰ ਨਹੀਂ ਮੇਰੇ ਵੱਲ ਤੱਕਦਾ।
ਇਹਨੂੰ ਮਾਇਆ ਦਾ ਤਾਪ ਨਾ ਪੈਣਾ। ਕਹਿੰਦੇ ਐਦਾਂ ਕਰ, ਤੇਰਾ ਹੀਰਾ ਸਾਨੂੰ ਆ ਗਿਆ ਤੇ ਤੂੰ ਇਹ ਹੀਰਾ ਜਾ ਕੇ ਰਵਿਦਾਸ ਮਹਾਰਾਜ ਨੂੰ ਚੜਾ ਦੇ, ਉਹਨਾਂ ਨੂੰ ਮੱਥਾ ਟੇਕਾ, ਸਾਨੂੰ ਆ ਗਿਆ। ਕਹਿੰਦਾ ਉੱਥੇ ਚਲੇ ਜਾਵਾਂ? ਕਹਿੰਦੇ ਹਾਂ। ਮਹਾਰਾਜ ਨੂੰ ਪਤਾ ਸੀ ਵੀ ਉਹਨਾਂ ਨੇ ਤੇ ਬੜਿਆਂ ਬੜਿਆਂ ਦਾ ਤਾਪ ਲਾ ਤੇ ਗੱਲੇ ਕੁਝ ਨਹੀਂ। ਆਖੋ ਸਤਨਾਮ। ਆ ਗਿਆ ਗੁਰੂ ਰਵਿਦਾਸ ਜੀ ਕੋਲ, ਕੁਟੀਆ ਵਿੱਚ ਜੋੜੇ ਗੰਢਣ ਦੀ ਕਿਰਤ ਕਰਦੇ ਐ। ਅੱਗੇ ਏਦਾਂ ਹੀਰਾ ਰੱਖ ਕੇ ਮੱਥਾ ਟੇਕ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਸੰਗਤ ਜੀ ਧਿਆਨ ਦਿਓ, ਬਹਿ ਜਾਓ ਭਾਈ, ਭੈਣਾਂ ਨੂੰ ਬੇਨਤੀ ਬਹਿ ਜਾਓ। ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਿੱਥੇ ਥਾਂ ਮਿਲਦੀ ਬਹਿ ਜਾਓ, ਰੋਲਾ ਨਾ ਪਾਓ, ਅਦਬ ਸਤਿਕਾਰ ਮੁੱਖ ਰੱਖੋ। ਕੀਰਤਨ ਦੀ ਮਾਇਆ ਵੀ ਲੈ ਕੇ ਭਾਵੇਂ ਸਾਡੇ ਕੋਲ ਨਾ ਆਓ। ਬਾਅਦ ਵਿੱਚ ਜਦੋਂ ਆਖਰੀ ਧਾਰਨਾ ਪੜਾਂਗੇ ਫਿਰ ਜਿਹਨੇ ਸੇਵਾ ਦੇਣੀ ਦੇ ਦਿਓ, ਬਾਕੀ ਮਨ ਜੋੜ ਕੇ ਸੁਣੋ, ਬਿਲਕੁਲ ਮਨ ਜੋੜ ਕੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗੇ ਸਾਡੀ। ਇਹ ਕਹਿੰਦਾ ਗੁਰੂ ਰਵਿਦਾਸ ਮਹਾਰਾਜ ਜੀ ਨੂੰ, ਮਹਾਰਾਜ ਵੀ ਆਪਣੀ ਜੋੜੇ ਗੰਢਣ ਦੀ ਕਿਰਤ ਵਿੱਚ ਲੱਗੇ ਹੋਏ ਆ। ਇਹਨੇ ਅੱਗੇ ਹੀਰਾ ਰੱਖਿਆ, ਕਹਿੰਦੇ ਬਾਬਾ ਜੀ ਮੈਂ ਹੀਰਾ ਮੱਥਾ ਟੇਕਿਆ। ਮਹਾਰਾਜ ਕਹਿੰਦੇ ਫੇਰ ਅਸੀਂ ਕੀ ਕਰੀਏ? ਕਹਿੰਦੇ ਬੜਾ ਮਹਿੰਗਾ ਹੁੰਦਾ, ਕੀਮਤੀ ਹੁੰਦਾ। ਤੁਸੀਂ ਸਾਰੀ ਉਮਰ ਵੀ ਕਮਾਈ ਕਰ ਲਓ ਤਾਂ ਵੀ ਇੰਨੀ ਮਾਇਆ ਨਹੀਂ ਇਕੱਠੀ ਹੋਣੀ ਕਿ ਤੁਸੀਂ ਇਹਨੂੰ ਖਰੀਦ ਸਕੋ। ਪਰ ਮੈਂ ਮੱਥਾ ਟੇਕਿਆ, ਮੈਂ ਬਾਦਸ਼ਾਹ ਦਾ ਵਜ਼ੀਰ ਹਾਂ। ਮਹਾਰਾਜ ਕਹਿੰਦੇ ਅੱਛਾ ਹੋਰ? ਕਹਿੰਦੇ ਫਿਰ ਪ੍ਰਵਾਨ ਕਰੋ। ਮਹਾਰਾਜ ਨੇ ਉਹ ਹੀਰਾ ਚੁੱਕਿਆ, ਜਿੱਥੇ ਜੋੜੇ ਗੰਢਣ ਦੀ ਕਿਰਤ ਕਰਦੇ ਸੀ ਨਾ, ਕੱਚੀ ਥਾਂ, ਉੱਥੇ ਇੱਕ ਟੋਆ ਪੁੱਟਿਆ, ਜਿੱਥੇ ਚਮੜੇ ਦੀਆਂ ਬਾਦ ਘਾਟ ਕਾਂਤਰਾਂ ਹੋਰ ਇੱਦਾਂ ਕੂੜਾ ਵਗੈਰਾ ਸੁੱਟਿਆ, ਚੁੱਕ ਕੇ ਉਹ ਹੀਰਾ ਉੱਥੇ ਸੁੱਟ ਦਿੱਤਾ। ਕਹਿੰਦੇ ਲੈ ਹੋ ਗਿਆ ਪ੍ਰਵਾਨ। ਆਖੋ ਸਤਨਾਮ। ਉਹ ਕਹਿੰਦਾ ਕਿੱਥੇ, ਮੈਨੂੰ ਕਬੀਰ ਮਹਾਰਾਜ ਨੇ ਭੇਜ ਦਿੱਤਾ। ਇਸ ਬਾਬੇ ਨੂੰ ਤੇ ਪਤਾ ਹੀ ਨਹੀਂ ਵੀ ਹੀਰਾ ਹੁੰਦਾ ਕੀ ਹੈ। ਇਹਦੇ ਨਾਲੋਂ ਚੰਗਾ ਸੀ ਕਬੀਰ ਮਹਾਰਾਜ ਮੈਨੂੰ ਹੀ ਵਾਪਸ ਕਰ ਦਿੰਦੇ। ਉੱਠ ਕੇ ਕਬੀਰ ਮਹਾਰਾਜ ਕੋਲ ਆ ਗਿਆ। ਕਹਿੰਦੇ ਬਾਬਾ ਕਬੀਰ ਜੀ, ਇਹਦੇ ਨਾਲੋਂ ਚੰਗਾ ਸੀ ਤੁਸੀਂ ਹੀਰਾ ਮੈਨੂੰ ਦੇ ਦਿੰਦੇ। ਉਹਨੂੰ ਤੇ ਕਦਰੇ ਕੋਈ ਨਹੀਂ, ਉਹਨੇ ਮਿੱਟੀ ਦੇ ਟੋਏ ਵਿੱਚ ਸੁੱਟ ਦਿੱਤਾ ਜਿੱਥੇ ਕੂੜਾ ਸੁੱਟੀ ਦਾ। ਬਾਬਾ ਕਬੀਰ ਜੀ ਕਹਿੰਦੇ ਅੱਛਾ ਇਹ ਗੱਲ ਹੈ? ਕਹਿੰਦੇ ਹਾਂ। ਕਹਿੰਦੇ ਜਾ ਫਿਰ ਆਪਣਾ ਹੀਰਾ ਵਾਪਸ ਲੈ ਲੈ। ਕਹਿੰਦਾ ਹਾਂ ਇਹ ਗੱਲ ਬਣੀ। ਹੁਣ ਫੇਰ ਚਲਾ ਗਿਆ, ਜਾ ਕੇ ਕਹਿੰਦਾ ਮਹਾਰਾਜ ਮੇਰਾ ਹੀਰਾ ਮੈਨੂੰ ਦਿਓ। ਮਹਾਰਾਜ ਕਹਿੰਦੇ ਜਿੱਥੇ ਪਿਆ ਵੇਖ ਲੈ। ਕਹਿੰਦੇ ਜੀ ਮੇਰਾ ਹੀਰਾ ਦਿਓ। ਕਹਿੰਦੇ ਜੇ ਫਿਰ ਲੈਣਾ ਹੀ ਸੀ ਫਿਰ ਚੜਾਉਣਾ ਕਾਹਦੇ ਲਈ ਸੀ? ਆਖੋ ਸਤਨਾਮ। ਇਹ ਚੁੱਕਣਾ ਹੀ ਸੀ, ਬਾਪ ਫਿਰ ਚੜਾਇਆ ਕਾਹਨੂੰ? ਕਹਿੰਦੇ ਜੀ ਮੈਨੂੰ ਦੇ ਦਿਓ, ਤੁਸੀਂ ਤੇ ਫਿਰ ਕੂੜੇ ਵਿੱਚ ਸੁੱਟ ਦਿੱਤਾ। ਕਹਿੰਦੇ ਚੱਕ ਲੈ। ਜਦੋਂ ਟੋਏ ਦੇ ਵਿੱਚ ਲੱਗਾ ਹੱਥ ਪਾਣ, ਜਿਹੜਾ ਧਰਤੀ ਵਿੱਚ ਕੱਢਿਆ ਹੋਇਆ, ਜਿੱਥੇ ਬਾਦ ਘਾਟ ਕਾਂਤਰਾ ਚਮੜੇ ਦੀਆਂ ਕੂੜਾ ਸੁੱਟਿਆ, ਇੱਦਾਂ ਅੱਗੇ ਹੱਥ ਕੀਤਾ, ਮੁੜ ਕੇ ਫਿਰ ਪਿੱਛੇ ਹੱਥ ਹੋ ਗਏ, ਹੱਥ ਜੁੜ ਗਏ। ਮਹਾਰਾਜ ਕਹਿੰਦੇ ਕੀ ਹੋਇਆ? ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮੈਨੂੰ ਮਾਫ ਕਰ ਦਿਓ। ਮਹਾਰਾਜ ਕਹਿੰਦੇ ਗੱਲ ਕੀ? ਕਹਿੰਦੇ ਇੱਥੇ ਦੇ ਹੀਰਿਆਂ ਦਾ ਢੇਰ ਲੱਗਾ ਪਿਆ। ਆਖੋ ਸਤਨਾਮ। ਇੱਥੇ ਦੇ ਹੀਰਿਆਂ ਦੀ ਢੇਰੀ ਲੱਗੀ ਹੈ ਬਾਬਾ ਜੀ। ਮੈਂ ਤੇ ਆਪਣੇ ਇੱਕ ਹੀਰੇ ਦਾ ਮਾਣ ਕਰੀ ਬੈਠਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਐਵੇਂ ਨਹੀਂ ਬਾਣੀ ਵਿੱਚ ਲਿਖਿਆ। ਜੇ ਸੂਰਜ ਵੱਲ ਨੂੰ ਮੂੰਹ ਕਰੀਏ ਤੇ ਮਗਰ ਪਰਛਾਵਾਂ ਹੁੰਦਾ ਹੈ। ਰੱਬ ਵੱਲ ਨੂੰ ਸਿੱਧੇ ਹੋ ਕੇ ਤੁਰ ਪੋ, ਬਾਕੀ ਸਾਰਾ ਕੁਝ ਹੀ ਆਪਣੇ ਆਪ ਹੀ ਮਗਰ ਆਉਣ ਲੱਗ ਜਾਂਦਾ। ਆਖੋ ਸਤਨਾਮ। ਇੱਧਰ ਰਾਜਾ ਪੀਪਾ ਸੋਨੇ ਦੀਆਂ ਮੋਹਰਾਂ ਦਾ ਢੇਰ ਲਾਇਆ, ਕਹਿੰਦਾ ਮੇਰੇ ਵੱਲ ਤੱਕਣਗੇ। ਪਰ ਮਹਾਰਾਜ ਨੇ ਨਹੀਂ ਤੱਕਿਆ, ਕਿਉਂਕਿ ਪੂਰਨ ਫਕੀਰ ਸਨ, ਪੂਰਨ ਸਾਧੂ ਸੀ, ਪੂਰਨ ਗੁਰੂ ਸੀ। ਮਨ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਹੋਇਆ। ਰੰਗ ਹੱਸੈ ਰੰਗ ਰੋਵਹਿ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੈ ਤੇਰੀ ਬਾਝ ਸੱਚੇ ਨਾਹੀ। ਰੱਬ ਦੇ ਪੂਰਨ ਫਕੀਰ ਸਾਧੂ ਬੇਪਰਵਾਹ ਹੁੰਦੇ ਨੇ, ਉਹ ਨਹੀਂ ਕਿਸੇ ਦੀ ਪਰਵਾਹ ਮੰਨਦੇ। ਆਖੋ ਸਤਨਾਮ। ਰੰਗ ਹੱਸਦੇ ਰੰਗਾਂ ਦੇ ਵਿੱਚ ਵਸਦੇ, ਰੰਗ ਹੱਸਦੇ ਰੰਗ ਹੱਸਦੇ ਰੰਗਾਂ ਦੇ ਵਿੱਚ ਵਸਦੇ, ਪਰਵਾਹ ਨਾ ਕਿਸੇ ਦੀ ਕਰਦੇ। ਸਾਧੂ ਸਾਧੂ ਪਰਵਾਹ ਨਾ
ਰੰਗ ਹੱਸਦੇ ਰੰਗਾਂ ਦੇ ਵਿੱਚ ਵਸਦੇ, ਰੰਗ ਹੱਸਦੇ ਹੱਸਦੇ ਰੰਗਾਂ ਦੇ ਵਿੱਚ ਵਸਦੇ, ਜੀ ਰੰਗ ਹੱਸਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਵਸਦੇ, ਪਰਵਾਹ ਨਾ ਕਿਸੇ ਦੀ ਕਰਦੇ, ਸਾਧੂ ਸਾਧੂ ਪਰਵਾਹ ਨਾ ਕਿਸੇ ਦੀ ਕਰਦੇ, ਜੀ ਰੰਗ ਹੱਸਦੇ। ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹੇ। ਬੇਪਰਵਾਹ ਹੁੰਦੇ ਨੇ ਪਰਮੇਸ਼ਰ ਦੀ ਮੌਜ ਵਿੱਚ। ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਵੇਖਿਆ ਕਿ ਰਾਜਾ ਬੈਠਾ ਬੈਠਾ ਹੁਣ ਅੱਕ ਗਿਆ, ਤੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਹਾਂ ਭਾਈ ਕਿਹੜੇ ਕੰਮ ਆਇਆ? ਕਹਿੰਦੇ ਜੀ ਗਗਨੌਰ ਸ਼ਹਿਰ ਤੋਂ ਆਇਆ ਹੈ। ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਰਾਜਾ ਪੀਪਾ। ਆਖੋ ਸਤਨਾਮ ਵਾਹਿਗੁਰੂ। ਰਾਜਾ ਪੀਪਾ ਕਹਿੰਦੇ ਇਹ ਤਾਂ ਜਾਣਦੇ, ਮੈਂ ਸੋਚਦਾ ਸੀ ਸ਼ਾਇਦ ਮੈਨੂੰ ਨਾ ਜਾਣਦੇ ਹੋ, ਕਿ ਮੈਨੂੰ ਬੁਲਾਇਆ ਨਹੀਂ, ਪੁੱਛਿਆ ਨਹੀਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਹਾਂ ਰਾਜਨ ਪੀਪਾ ਕਿਵੇਂ ਆਣ ਹੋਏ? ਕਹਿੰਦੇ ਜੀ ਤੁਹਾਡਾ ਸੇਵਕ ਬਣਨ ਲਈ ਆਇਆ, ਮੈਨੂੰ ਨਾਮ ਦੀ ਦਾਤ ਬਖਸ਼ੋ, ਮੇਰਾ ਮਨੁੱਖਾ ਜਨਮ ਸਫਲਾ ਕਰੋ, ਹਰ ਸਮੇਂ ਮਨ ਦੁਖੀ ਰਹਿੰਦਾ ਹੈ। ਨਾਮ ਦੀ ਦਾਤ ਝੋਲੀ ਪਾ ਕੇ ਮਹਾਰਾਜ ਮੈਨੂੰ ਆਪਣਾ ਸੇਵਕ ਬਣਾਓ, ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ। ਮਹਾਰਾਜ ਕਹਿੰਦੇ ਅੰਦਰੋਂ ਅੰਦਰੋਂ ਕਹਿਣਾ ਕਿ ਉੱਪਰੋਂ ਹੀ ਕਹੀ ਜਾਂਦਾ। ਆਖੋ ਸਤਨਾਮ ਵਾਹਿਗੁਰੂ। ਸਾਡਾ ਸੇਵਕ ਬਣਨਾ? ਕਹਿੰਦਾ ਹਾਂ ਮਹਾਰਾਜ ਅੰਦਰੋਂ ਹੀ ਬੇਨਤੀਆਂ ਕਰਦਾ ਜੀ, ਤੁਹਾਡਾ ਬਣਨਾ ਚਾਹੁੰਦਾ। ਨਾਲੇ ਰਾਜਾ ਪੀਪਾ ਸੋਚਦਾ, ਕਹਿੰਦਾ ਲੋਕੀ ਕਹਿੰਦੇ ਸੀ ਭਈ ਰਾਜੇ ਮਹਾਰਾਜੇ ਇਹਨਾਂ ਦੇ ਸੇਵਕ ਨੇ, ਮੈਂ ਸੋਚਦਾ ਸੀ ਮਹਿਲਾਂ ਵਿੱਚ ਰਹਿੰਦੇ ਹੋਣਗੇ ਤੇ ਕੱਖਾਂ ਦੀ ਕੁੱਲੀ 'ਚ ਬੈਠੇ ਆ। ਰਾਜਾ ਪੀਪਾ ਚਾਦਰ ਦੇ ਨਾਲ ਮੂੰਹ ਢੱਕਿਆ ਹੋਇਆ, ਆਲੇ ਦੁਆਲੇ ਵੇਖੇ ਵੀ ਮੈਨੂੰ ਕੋਈ ਵੇਖ ਨਾ ਲਵੇ ਵੀ ਰਾਜਾ ਪੀਪਾ ਇੱਕ ਸ਼ੂਦਰ ਦੇ ਕੋਲ ਬੈਠਾ। ਮਹਾਰਾਜ ਕਹਿੰਦੇ ਸਾਡਾ ਸੇਵਕ ਬਣਨਾ? ਕਹਿੰਦੇ ਹਾਂ ਤੁਹਾਡਾ ਬਣਨਾ। ਆ ਜਾ ਫਿਰ ਤੈਨੂੰ ਗੁਰ ਦੇਖਿਆ ਦਈਏ। ਕਹਿੰਦਾ ਜੀ ਦਿਓ। ਹੁਣ ਤੁਹਾਨੂੰ ਪਤਾ ਹੀ ਹੈ ਵੀ ਬਾਬਾ ਗੁਰ ਦੇਖਿਆ ਕਿੱਥੋਂ ਦਿੰਦਾ ਸੀ। ਆਖੋ ਸਤਨਾਮ ਵਾਹਿਗੁਰੂ। ਜਿਹੜੀ ਦੌਰੀ ਵਿੱਚ ਚਮੜਾ ਭੇਤਾ ਸੀ ਉਹਦੇ ਵਿੱਚੋਂ ਹੀ ਚਮੜੇ ਦੇ ਪਾਣੀ ਦਾ ਬੁੱਕ ਭਰ ਲਿਆ। ਕਹਿੰਦੇ ਲੈ ਰਾਜਨ ਪੀਪਾ ਗੁਰ ਦੇਖਿਆ ਲੈ ਲੈ, ਧੁਰ ਦਰਗਾਹ ਤੋਂ ਅੰਮ੍ਰਿਤ ਆਇਆ ਹੈ। ਇਹ ਹੁਣ ਨਾ ਤੇ ਸਾਧ ਸੰਗਤ ਜੀ ਉੱਠਣ ਜੋਗਾ ਨਾ ਬੋਲਣ ਜੋਗਾ। ਕਹਿੰਦਾ ਬਾਬੇ ਨੂੰ ਤਾਂ ਸੇਵਕ ਬਣਾਉਣਾ ਵੀ ਨਹੀਂ ਆਉਂਦਾ। ਆਖੋ ਸਤਨਾਮ ਵਾਹਿਗੁਰੂ। ਸੇਵਕ ਬਣਾਉਣਾ ਵੀ ਨਹੀਂ ਆਉਂਦਾ ਇਹਨੂੰ।
ਚਮੜੇ ਦਾ ਪਾਣੀ ਹੈ ਸੀ, ਭਾਵੇਂ ਚਮੜੇ ਦਾ ਪਾਣੀ ਹੋਈ। ਉਹ ਜਦੋਂ ਰੱਬੀ ਜੋਤ ਨੇ ਆਪਣੇ ਹੱਥ ਦੇ ਚਮੜੇ ਦਾ ਪਾਣੀ ਧਰ ਕੇ ਉਸ ਮਾਲਕ ਨੂੰ ਕੀਤਾ ਯਾਦ, ਪਰਮੇਸ਼ਰ ਦੇ ਨਾਮ ਦਾ ਕੀਤਾ ਸਿਮਰਨ, ਚਮੜੇ ਦੇ ਪਾਣੀ ਨੂੰ ਵੀ ਅਮਰ ਦਾ ਰੂਪ ਹੋਣਾ ਪੈ ਗਿਆ। ਆਖੋ ਸਤਨਾਮ ਵਾਹਿਗੁਰੂ। ਅਮਰ ਦਾ ਰੂਪ ਹੋ ਗਿਆ, ਕਿਉਂਕਿ ਉਹਨਾਂ ਨੇ ਰੱਬ ਪਾ ਲਿਆ ਸੀ। ਰੋਮ ਰੋਮ ਵਿੱਚੋਂ ਉਹਨਾਂ ਦੇ ਨਾਮ ਦੀਆਂ ਆਵਾਜ਼ਾਂ। ਰਾਜਾ ਪੀਪਾ ਨਾ ਉੱਠਣ ਜੋਗਾ, ਨਾ ਹੁਣ ਕੁਝ ਬੋਲਣ ਜੋਗਾ, ਬਸ ਅੱਗੇ ਇਦਾਂ ਦੋਵੇਂ ਹੱਥ ਤੇ ਕਰ ਲਏ, ਪਰ ਮਨ ਨਾ ਕਰੇ ਵੀ ਮੈਂ ਪੀਵਾਂ ਕਿੱਦਾਂ। ਮਹਾਰਾਜ ਨੇ ਚੂੜਾ ਭਰ ਕੇ ਤੇ ਇਦਾਂ ਬੁੱਕ ਵਿੱਚ ਪਾ ਦਿੱਤਾ। ਇਹਨੇ ਪੀਤਾ ਨਹੀਂ। ਇਤਿਹਾਸ ਤੁਸੀਂ ਜਾਣਦੇ ਹੋ, ਆਪਣੇ ਕੁੜਤੇ ਦੀਆਂ ਬਾਹਾਂ ਰਾਹੀਂ ਆਪਣੇ ਉੱਪਰ ਹੀ ਸੁੱਟ ਲਿਆ। ਆਖੋ ਸਤਨਾਮ ਵਾਹਿਗੁਰੂ। ਅਮਰ ਦੀ ਕਦਰ ਨਾ ਜਾਣੀ। ਮਾੜਾ ਜਿਹਾ ਮੱਥਾ ਜਿਹਾ ਟੇਕਿਆ, ਆਲੇ ਦੁਆਲੇ ਦੇਖਿਆ, ਬਸ ਉੱਥੋਂ ਭੱਜਣ ਦੀ ਕੀਤੀ ਵੀ ਕਦੋਂ ਮੈਂ ਇੱਥੋਂ ਨਿਕਲ ਜਾਵਾਂ, ਮੈਨੂੰ ਕੋਈ ਵੇਖ ਨਾ ਲਵੇ। ਇਹਨਾਂ ਨੂੰ ਪਤਾ ਵੀ ਨਹੀਂ ਵੀ ਸੇਵਕ ਕਿੱਦਾਂ ਬਣਾਈ ਦਾ। ਚਮੜੇ ਦਾ ਪਾਣੀ ਦੇ ਦਿੱਤਾ ਪੀਣ ਲਈ। ਉੱਠਿਆ ਉੱਥੋਂ, ਚੱਲਦਾ ਚੱਲਦਾ ਆਪਣੇ ਗਗਨੌਰ ਸ਼ਹਿਰ ਆ ਗਿਆ। ਆਉਂਦਿਆਂ ਸਾਰ ਵਜ਼ੀਰ ਨੂੰ ਬੁਲਾਇਆ, ਕਹਿੰਦਾ ਧੋਬੀ ਨੂੰ ਬੁਲਾ ਕੇ ਲੈ ਕੇ ਆ। ਧੋਬੀ ਹਾਜ਼ਰ ਹੋ ਗਿਆ। ਧੋਬੀ ਨੂੰ ਕਹਿੰਦਾ ਆ ਜਿਹੜਾ ਮੇਰਾ ਕੁੜਤਾ ਹੈ ਨਾ ਖੱਦਰ ਦਾ ਚਿੱਟੇ ਰੰਗ ਦਾ, ਇਹ ਬੜਾ ਮਹਿੰਗਾ ਹੈ, ਇਹ ਤੇ ਚਮੜੇ ਦੇ ਪਾਣੀ ਦੇ ਦਾਗ ਲੱਗ ਗਏ, ਇਹਨੂੰ ਧੋ ਦੇ ਚੰਗੀ ਤਰ੍ਹਾਂ, ਇਹ ਤੇ ਦਾਗ ਨਾ ਲੱਗੇ ਰਹਿ ਜਾਣ, ਕਿਤੇ ਮੇਰੇ ਰਾਜ ਦਰਬਾਰ ਵਿੱਚ ਕਿਸੇ ਨੂੰ ਪਤਾ ਨਾ ਲੱਗ ਜੇ। ਇਹ ਰਵਿਦਾਸ ਮਹਾਰਾਜ ਜੀ ਦੇ ਕੋਲ ਜਾ ਕੇ ਆਇਆ। ਆਖੋ ਸਤਨਾਮ ਵਾਹਿਗੁਰੂ। ਤੈਨੂੰ ਦੁੱਗਣੀ ਮਿਹਨਤ ਦਊਂਗਾ। ਵਜ਼ੀਰ ਕਹਿੰਦਾ ਤੈਨੂੰ ਦੁੱਗਣੀ ਮਿਹਨਤ ਦਵਾ ਦੇਵਾਂਗੇ ਭਾਈ, ਚੰਗੀ ਤਰ੍ਹਾਂ ਸਾਫ਼ ਕਰੀ। ਕਹਿੰਦਾ ਕੋਈ ਨਹੀਂ ਜੀ। ਧੋਬੀ ਦਾ ਹੁਣ ਕੰਮ ਕੱਪੜੇ ਧੋਣਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੱਪੜੇ ਧੋਂਦਾ ਹੈ। ਇਹ ਸੋਚਦਾ ਪਹਿਲਾਂ ਰਾਜੇ ਦਾ ਕੁੜਤਾ ਧੋ ਲਵਾਂ। ਕੁੜਤੇ ਦੀਆਂ ਬਾਹਾਂ ਤੇ ਚਮੜੇ ਦਾ ਪਾਣੀ ਹੈ, ਉਹ ਬੂੰਦਾਂ ਲੱਗੀਆਂ, ਇਹਨੂੰ ਚਮੜੇ ਦੇ ਪਾਣੀ ਦੇ ਦਾਗ ਨਜ਼ਰ ਆਉਂਦੇ ਸੀ। ਹੈ ਸੀ ਅੰਮ੍ਰਿਤ ਦੀਆਂ ਬੂੰਦਾਂ। ਆਖੋ ਸਤਨਾਮ ਵਾਹਿਗੁਰੂ। ਇਹਨੇ ਬੜਾ ਜ਼ੋਰ ਲਾਇਆ, ਯਤਨ ਕੀਤਾ, ਕੋਸ਼ਿਸ਼ ਕੀਤੀ ਵੀ ਇਹ ਜਿਹੜੇ ਦਾਗ ਲੈ ਜਾਣ, ਪਰ ਉਹ ਦਾਗ ਨਾ ਲਹੇ। ਇਹਦੀ ਛੋਟੀ ਧੀ ਆਈ ਜਿਹਦਾ ਨਾਂ ਕਰਮਾ ਸੀ। ਕਹਿੰਦੀ ਪਿਤਾ ਜੀ ਕੀ ਗੱਲ ਹੋਈ, ਨਿਰਾਸ਼ ਲੱਗਦੇ ਹੋ? ਕਹਿੰਦਾ ਧੀਏ ਆਹ ਕੁੜਤੇ ਦੀਆਂ ਬਾਹਾਂ ਤੇ ਜਿਹੜੇ ਚਮੜੇ ਦੇ ਪਾਣੀ ਦੇ ਦਾਗ ਲੱਗੇ ਆ, ਇਹ ਦਾਗ ਲੈਂਦੇ ਨਹੀਂ ਐ। ਮੇਰਾ ਕੰਮ ਤੇ ਬੜਾ ਪਿਆ, ਮੈਂ ਤੇ ਇੱਥੇ ਹੀ ਬਹੁਤ ਸਮਾਂ ਲੱਗ ਗਿਆ, ਤਾਂ ਨਿਰਾਸ਼ ਹਾਂ। ਕਹਿੰਦੀ ਕੋਈ ਗੱਲ ਨਹੀਂ ਪਿਤਾ ਜੀ, ਬਾਕੀ ਤੁਸੀਂ ਵਸਤਰ ਧੋ ਲਓ, ਇਹ ਕੁੜਤਾ ਇਹ ਕੱਪੜੇ ਮੈਂ ਧੋ ਦਿੰਨੀ ਆ। ਹੁਣ ਅਣਭੋਲ ਬੱਚੀ, ਛੋਟੀ ਉਮਰ ਹੈ। ਕੁੜਤਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਦਾਗ ਨਾ ਲਏ, ਬੱਚੀ ਨੇ ਕੱਪੜੇ ਨੂੰ ਮੂੰਹ ਵਿੱਚ ਪਾ ਕੇ ਦੰਦਾਂ ਥੱਲੇ ਚਿੱਥਣਾ ਕੀਤਾ ਤੇ ਉਹ ਦਾਗ ਜਿਹੜੇ ਚੂਸਣੇ ਸ਼ੁਰੂ ਕਰ ਦਿੱਤੇ। ਉਹ ਅਮਰ ਦੀਆਂ ਬੂੰਦਾਂ ਅੰਦਰ ਲੰਘਾ ਲਈਆਂ। ਬਸ ਸਾਧ ਸੰਗਤ ਜੀ, ਫਿਰ ਅਮਰ ਦਾ ਆਪਣਾ ਅਸਰ ਹੈ। ਆਖੋ ਸਤਨਾਮ ਵਾਹਿਗੁਰੂ। ਇਤਿਹਾਸਕਾਰ ਲਿਖਦੇ ਕਿ ਉਸ ਬੱਚੀ ਕਰਮਾ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਗਿਆਨਵਾਨ ਹੋ ਗਈ। ਤੇ ਸਾਧ ਸੰਗਤ ਜੀ, ਆਉਣ ਵਾਲੇ ਸਮੇਂ ਦਾ ਪਹਿਲਾਂ ਦੱਸ ਦਿਆ ਕਰੇ। ਧੋਬੀ ਦੀ ਲੜਕੀ ਦੀ ਸੋਭਾ ਉਸ ਇਲਾਕੇ ਵਿੱਚ ਵੱਧ ਗਈ। ਅੱਜ ਹੋਰ ਕੱਲ ਹੋਰ, ਸਭ ਨੂੰ ਸੱਚ ਦਾ ਉਪਦੇਸ਼ ਦੇਣ ਲੱਗ ਪਈ, ਪਰਮੇਸ਼ਰ ਨਾਲ ਜੋੜਨ ਲੱਗ ਪਈ। ਰਾਜਾ ਪੀਪਾ ਫੇਰ ਉਦਾਂ ਹੀ ਦੁਖੀ ਜਿਹਾ ਬੈਠਾ। ਸੰਗਤ ਜੀ ਧਿਆਨ ਦੇਣਾ। ਇਹਦਾ ਵਜ਼ੀਰ ਕਹਿੰਦਾ ਰਾਜਨ, ਅਜੇ ਵੀ ਤੁਸੀਂ ਦੁਖੀ ਜਾਪਦੇ ਹੋ? ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਇੱਕ ਹੋਰ ਰਾਹ ਦੱਸਾਂ? ਕਹਿੰਦੇ ਰਹਿਣ ਦੇ ਭਰਾਵਾ, ਪਹਿਲਾਂ ਵੀ ਤੂੰ ਦੱਸਿਆ ਸੀ, ਹੁਣ ਨਹੀਂ ਮੈਂ ਤੇਰੇ ਕਹੇ ਤੇ ਜਾਣਾ। ਕਹਿੰਦੇ ਉਹ ਤੇ ਬੜੀ ਦੂਰ ਸੀ, ਹੁਣ ਤੇ ਨੇੜੇ ਹੈ। ਕਹਿੰਦੇ ਕਿੱਥੇ? ਇਹ ਲਾਗੇ ਹੀ ਜਿਹੜਾ ਤੁਹਾਡਾ ਧੋਬੀ ਰਹਿੰਦਾ, ਇਹਦੀ ਬੱਚੀ ਨੂੰ ਕਰਮਾ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੈ, ਪੂਰਨ ਸਾਧੂ ਬਣ ਗਈ ਹੈ। ਤੁਸੀਂ ਇਹਨਾਂ ਦੀ ਸ਼ਰਨ ਵਿੱਚ ਜਾਓ ਤੇ ਤੁਹਾਡਾ ਭਲਾ ਹੋਏਗਾ। ਨਾਲੇ ਕਿਸੇ ਨੇ ਸ਼ੱਕ ਨਹੀਂ ਕਰਨਾ। ਲੋਕੀ ਕਹਿਣਗੇ ਭਈ ਰਾਜੇ ਦੇ ਘਰ ਦਰਬਾਰ ਵਿੱਚ ਸੇਵਾ ਕਰਦਾ, ਧੋਬੀ ਨੂੰ ਮਿਲਣ ਆਏ ਹੋਣੇ, ਜਾਇਓ ਮਹਾਰਾਜ ਇੱਕ ਵਾਰ। ਰਾਜਾ ਪੀਪਾ ਫੇਰ ਤੁਰ ਪਿਆ। ਸੰਗਤ ਜੀ ਧਿਆਨ ਦਿਓ। ਚੱਲਦਾ ਚੱਲਦਾ ਧੋਬੀ ਦੇ ਘਰ ਆ ਗਿਆ। ਆ ਕੇ ਉਸ ਬੱਚੀ ਨੂੰ, ਜਿਵੇਂ ਲੋਕੀ ਮੱਥਾ ਟੇਕਦੇ ਇਹ ਵੀ ਮੱਥਾ ਲੱਗਾ ਟੇਕਣ। ਉਹ ਬੱਚੀ ਕਰਮਾ ਨੇ ਰਾਜੇ ਦੀਆਂ ਬਾਹਾਂ ਫੜ ਲਈਆਂ। ਕਹਿੰਦੇ ਨਾ ਨਾ ਰਾਜਨ, ਤੁਸੀਂ ਨਾ ਮੱਥਾ ਟੇਕਿਓ,
ਉਹ ਕਹਿੰਦਾ ਕਿਉਂ, ਤੁਸੀਂ ਸਾਧੂ ਹੋ, ਸੰਤੋ, ਤੁਹਾਨੂੰ ਮੱਥਾ ਟੇਕਣਾ ਮੈਂ? ਕਹਿੰਦੇ ਨਹੀਂ, ਮੇਰੇ ਅੱਗੇ ਮੱਥਾ ਨਾ ਟੇਕਿਓ, ਸੀਸ ਨਾ ਝੁਕਾਇਓ। ਕਰਮਾ ਕਹਿੰਦੀ ਹੈ ਮੇਰੇ ਅੱਗੇ ਮੱਥਾ ਨਾ ਟੇਕਿਓ। ਰਾਜਾ ਪੀਪਾ ਕਹਿੰਦਾ ਤੁਹਾਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੈ, ਤੁਸੀਂ ਸਾਧੂ ਲੋਕ ਹੋ। ਕਹਿੰਦੀ ਜੇ ਮੈਨੂੰ ਅਵਸਥਾ ਪ੍ਰਾਪਤ ਹੈ ਤੇ ਤੇਰੀ ਕਿਰਪਾ ਨਾਲ ਹੀ ਹੋਈ। ਆਖੋ ਸਤਨਾਮ। ਜੋ ਮੇਰੇ ਕੋਲ ਹੈ ਤੇਰੇ ਕਰਕੇ ਹੀ ਮਿਲਿਆ। ਉਹ ਕਹਿੰਦਾ ਮੇਰੇ ਕਰਕੇ? ਬੜਾ ਹੈਰਾਨ ਹੋਇਆ, ਮੇਰੇ ਕਰਕੇ ਕਿੱਦਾਂ? ਜਿਹੜੇ ਤੁਹਾਡੇ ਵਸਤਰਾਂ ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ ਸੀ, ਉਹ ਇਦਾਂ ਸਾਰਾ ਕੁਝ ਦੱਸਿਆ ਵੀ ਮੈਂ ਵਸਤਰ ਸਾਫ਼ ਕੀਤੇ। ਜਿਹਨੂੰ ਤੁਸੀਂ ਚਮੜੇ ਦੇ ਪਾਣੀ ਦੇ ਦਾਗ ਸਮਝਦੇ ਸੀ, ਅਸਲ ਵਿੱਚ ਉਹ ਅੰਮ੍ਰਿਤ ਦੀਆਂ ਬੂੰਦਾਂ ਸੀ। ਇਹ ਉਸ ਮਹਾਪੁਰਖ ਦੀ ਅਦੁੱਤੀ ਕਿਰਪਾ ਨਾਲ ਹੀ ਮੈਨੂੰ ਸਭ ਕੁਝ ਪ੍ਰਾਪਤ ਹੋਇਆ। ਆਖੋ ਸਤਨਾਮ। ਰਾਜਾ ਪੀਪਾ ਮਾਰੇ ਮੱਥੇ ਤੇ ਹੱਥ, ਉਹ ਮਨਾ, ਤੈਨੂੰ ਤੇ ਗੁਰੂ ਸਾਹਿਬ ਨੇ ਚੂੜਾ ਭਰ ਕੇ ਅੰਮ੍ਰਿਤ ਦਾ ਦਿੱਤਾ ਸੀ, ਪਰ ਤੂੰ ਕਦਰ ਨਾ ਜਾਣੀ। ਹੁਣ ਪਛਤਾਵਾ ਹੀ ਪੱਲੇ ਰਹਿ ਗਿਆ। ਜੇ ਗੁਰੂ ਮਹਾਪੁਰਖ ਕੁਝ ਕਹਿੰਦੇ ਤੇ ਮੰਨ ਲੈਣਾ ਚਾਹੀਦਾ, ਗੁਰੂ ਵਾਲੇ ਬਣ ਜਾਣਾ ਚਾਹੀਦਾ, ਸੱਚ ਦੀ ਸੰਗਤ ਕਰਨੀ ਚਾਹੀਦੀ। ਨਹੀਂ ਤੇ ਫਿਰ ਜਦੋਂ ਸਮਾਂ ਲੰਘ ਜਾਂਦਾ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ। ਆਖੋ ਸਤਨਾਮ। ਜਿਹੜਾ ਅੱਜ ਦਿਨ ਸਾਨੂੰ ਮਿਲਿਆ ਇਹ ਮੁੜ ਕੇ ਪ੍ਰਾਪਤ ਨਹੀਂ ਹੁੰਦਾ। ਕੱਲ ਨੂੰ ਅਗਲਾ ਦਿਨ ਮਿਲੇਗਾ, ਫਿਰ ਅਗਲਾ, ਜਿੰਨੇ ਸਵਾਸ ਲਿਖੇ ਉਨੇ ਹੀ ਦਿਨ ਮਿਲਣਗੇ। ਮੁੜ ਕੇ ਫਿਰ ਇਹ ਸਮਾਂ ਪ੍ਰਾਪਤ ਨਹੀਂ ਹੁੰਦਾ। ਹੁਣ ਤੁਸੀਂ ਗੁਰਪੁਰਬ ਮਨਾ ਰਹੇ ਹੋ, ਕਈ ਰੂਹਾਂ ਪਿਛਲੇ ਸਾਲ ਹੋਣਗੀਆਂ, ਕਈ ਰੂਹਾਂ ਇਸ ਸਾਲ ਨਹੀਂ ਹਨ। ਕੀ ਪਤਾ ਅਗਲੇ ਸਾਲ ਕਿਹਨਾਂ ਨੇ ਹੋਣਾ, ਕਿਹਨਾਂ ਨੇ ਨਹੀਂ ਹੋਣਾ, ਕਿਹਦੇ ਭਾਗਾਂ ਵਿੱਚ ਗੁਰਪੁਰਬ ਹੋਵੇ। ਸਾਧ ਸੰਗਤ ਜੀ, ਇੱਕ ਵਾਰੀ ਫਿਰ ਲੰਘਿਆ ਵੇਲਾ, ਮੁੜ ਕੇ ਹੱਥ ਨਹੀਂ ਆਉਂਦਾ। ਮਹਾਪੁਰਖ ਪੜਿਆ ਕਰਦੇ ਸੀ, ਉਹ ਮੁੜ ਕੇ ਹੱਥ ਆਉਂਦਾ ਨਹੀਂ, ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਲੰਘਿਆ ਵੇਲਾ, ਫਿਰ ਮੁੜ ਕੇ ਹੱਥ ਨਹੀਂ ਆਉਂਦਾ। ਆਖੋ ਸਤਨਾਮ। ਸਮੇਂ ਦੀ ਸੰਭਾਲ ਕਰ ਲੈਣੀ ਚਾਹੀਦੀ। ਰਾਜਾ ਪੀਪਾ ਪਛਤਾਉਂਦਾ ਏ, ਉਸੇ ਸਮੇਂ ਮਨ ਬਣਾ ਲਿਆ ਮਨਾ, ਹੁਣੇ ਜਾਣਾ ਕਾਂਛੀ ਨੂੰ ਤੇ ਹੁਣੇ ਜਾ ਕੇ ਉਹ ਦਾਤ ਪ੍ਰਾਪਤ ਕਰਨੀ। ਆਖੋ ਸਤਨਾਮ। ਇਤਿਹਾਸਕਾਰ ਲਿਖਦੇ ਐ, ਨੰਗੇ ਪੈਰੀ ਰਾਜਾ ਪੀਪਾ ਗਗਨੌਰ ਸ਼ਹਿਰ ਤੋਂ ਫਿਰ ਕਾਂਛੀ ਨੂੰ ਆਇਆ। ਪਹਿਲਾਂ ਜਾਣਾ ਕੁਝ ਹੋਰ ਸੀ ਤੇ ਹੁਣ ਜਾਣਾ ਕੁਝ ਹੋਰ ਹੈ। ਪਹਿਲਾਂ ਰਾਜਾ ਬਣ ਕੇ ਗਿਆ ਸੀ, ਅਸਲ ਵਿੱਚ ਹੁਣ ਸੇਵਕ ਬਣ ਤੁਰਿਆ ਹੋਇਆ। ਆਖੋ ਸਤਨਾਮ। ਨੰਗੇ ਪੈਰੀ ਚੱਲਦਾ ਚੱਲਦਾ ਕਾਂਚੀ ਸ਼ਹਿਰ ਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਬੈਠੇ ਐ।
ਭੱਜ ਕੇ ਜਾ ਕੇ ਚਰਨ ਫੜ ਲਏ ਅੱਗੇ ਤੇ ਚਾਦਰ ਦੀ ਬੁੱਕਲ ਮਾਰ ਕੇ ਆਏ ਸੀ ਕਿ ਕੋਈ ਦੇਖ ਨਾ ਲਵੇ। ਇੱਕ ਕਸ਼ਤਰੀ ਰਾਜਪੂਤ ਰਾਜਾ ਪੀਪਾ ਸ਼ੂਦਰ ਦੀ ਸ਼ਰਨ ਵਿੱਚ ਆ ਕੇ ਬੈਠਾ। ਹੁਣ ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਦੀ ਜੈ ਜੈਕਾਰ ਕਰਦਾ ਆ ਰਿਹਾ। ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ, ਸੀਸ ਝੁਕਾਇਆ, ਰੋ ਰੋ ਚਰਨ ਧੋ ਦਿੱਤੇ। ਸੱਚੇ ਪਾਤਸ਼ਾਹ ਮੈਨੂੰ ਮਾਫ ਕਰਿਓ ਦਾਤਾ ਜੀ। ਤੂੰ ਦਾਤਾ ਬਖਸ਼ਣ ਹਾਰ, ਬਖਸ਼ ਗੁਨਾਹੀਆਂ ਨੂੰ। 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 ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ। ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ। ਹੁਣ ਤਾਂ ਰਸਤੇ ਪਾਤੇ 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 ਭੁੱਲਿਆ ਰਾਈਆਂ ਨੂੰ। ਨਿਗਾਹ ਮਿਹਰ ਦੀ ਕਰਕੇ, ਹਾਂ ਨਿਗਾਹ ਮਿਹਰ ਦੀ ਕਰਕੇ, ਨਿਗਾਹ ਮਿਹਰ ਦੀ ਕਰਕੇ, ਜੀ ਨਿਗਾਹ ਮਿਹਰ ਦੀ ਕਰਕੇ। ਨਿਗਾਹ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ। 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 ਹਾਂਜੀ ਹੁਣ ਤਾਂ ਰਸਤੇ ਪਾ ਦੇ ਭੁੱਲਿਆ ਰਾਈਆਂ ਨੂੰ। ਦਾਤਾ ਬਖਸ਼ਣ ਹਾਰ, ਬਖਸ਼ ਗੁਨਾਹੀਆਂ ਨੂੰ। ਦਾਤਾ ਰਸਤੇ ਪਾਤੇ ਭੁੱਲਿਆ ਰਾਈਆਂ ਨੂੰ। ਦਾਤਾ ਬਖਸ਼ਣ ਹਾਰ, ਬਖਸ਼ ਗੁਨਾਹੀਆਂ ਨੂੰ। ਦਾਤਾ ਬਖਸ਼ਣ ਹਾਰ, ਬਖਸ਼ ਗੁਨਾਹੀਆਂ ਨੂੰ। ਦਾਤਾ ਬਖਸ਼ਣ ਹਾਰ, ਬਖਸ਼ ਗੁਨਾਹੀਆਂ ਨੂੰ। ਮਹਾਰਾਜ ਬਹੁਤ ਵੱਡਾ ਗੁਨਾਹ ਹੋ ਗਿਆ, ਤੁਸੀਂ ਬਖਸ਼ਣਹਾਰ ਹੋ, ਅਸੀਂ ਭੁੱਲਣਹਾਰ ਹਾਂ। ਹੁਣ ਕਿਰਪਾ ਕਰਕੇ ਬਖਸ਼ ਦਿਓ, ਆਖੋ ਸਤਨਾਮ। ਵਾਹਿਗੁਰੂ। ਹੁਣ ਤਾਂ ਰਾਹੇ ਪਾ ਦੇ ਭੁੱਲਿਆ ਰਾਹੀਆਂ ਨੂੰ। ਕਿਰਪਾ ਕਰ ਦੇ। ਚਰਨ ਫੜ ਕੇ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਉਹ ਤੇ ਉਹੀ ਸਮਾਂ ਸੀ, ਹੁਣ ਤੈਨੂੰ ਉਹ ਦਾਤ ਨਹੀਂ ਮਿਲਣੀ। ਮਹਾਰਾਜ ਕਿਰਪਾ ਕਰੋ, ਉਹੀ ਮੈਨੂੰ ਅਮਰ ਦੀ ਦਾਤ ਦਿਓ ਜਿਹੜੀ ਪਹਿਲਾਂ ਦਿੱਤੀ ਸੀ। ਮਹਾਰਾਜ ਕਹਿੰਦੇ ਉਹ ਸਮਾਂ ਲੰਘ ਗਿਆ ਭਾਈ, ਹੁਣ ਨਹੀਂ ਉਹ ਤੈਨੂੰ ਮਿਲਣਾ, ਉਹ ਬਖਸ਼ਿਸ਼ ਨਹੀਂ ਪ੍ਰਾਪਤ ਹੋਣੀ। ਮਹਾਰਾਜ ਦੋਰੀ ਭਰੀ ਪਈ ਹੈ, ਤੁਹਾਡਾ ਕੀ ਜਾਂਦੇ ਇੱਕ ਚੂਲਾ ਭਰ ਕੇ ਹੋਰ ਪਿਲਾ ਦਿਓ। ਮਹਾਰਾਜ ਕਹਿੰਦੇ ਹੁਣ ਤੇ ਭਾਵੇਂ ਤੂੰ ਸਾਰੀ ਪੀ ਲਾ, ਉਹ ਗੱਲ ਨਹੀਂ ਬਣਨੀ, ਆਖੋ ਸਤਨਾਮ। ਵਾਹਿਗੁਰੂ। ਉਹ ਸਮਾਂ ਹੀ ਸੀ, ਤੈਨੂੰ ਉਸ ਸਮੇਂ ਤੁਰ ਦਰਗਾਹ ਤੋਂ ਅੰਮ੍ਰਿਤ ਲਿਆਂਦਾ ਸੀ, ਪਰ ਤੂੰ ਉਹਦੀ ਕਦਰ ਨਾ ਜਾਣੀ, ਬੇਕਦਰਿਆ। ਹੁਣ ਤੈਨੂੰ ਉਹ ਦਾਤ ਨਹੀਂ ਮਿਲਣੀ। ਮਹਾਰਾਜ ਮੈਨੂੰ ਆਪਣੇ ਦਰ ਤੇ ਆਏ ਨੂੰ ਖਾਲੀ ਨਾ ਮੋੜਿਓ। ਮੈਂ ਹੁਣ ਰਾਜਾ ਬਣ ਕੇ ਨਹੀਂ, ਤੁਹਾਡਾ ਸੇਵਕ ਬਣ ਕੇ ਆਇਆ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ, ਆਖੋ ਸਤਨਾਮ। ਵਾਹਿਗੁਰੂ। ਹੁਣ ਮੇਰੇ ਵਿੱਚ ਮੈਂ ਨਹੀਂ ਰਹੀ, ਹੁਣ ਮੈਂ ਤੁਹਾਡਾ ਹੋ ਗਿਆ, ਕਿਰਪਾ ਕਰ ਦਿਓ, ਆਪਣੀ ਰਹਿਮਤ ਕਰ ਦਿਓ। ਮਹਾਰਾਜ ਕਹਿੰਦੇ ਅੱਛਾ ਰਾਜਾ, ਜੇ ਤੇਰੀ ਇਹ ਸ਼ਰਤ ਹੈ ਨਾ ਕਿ ਤੂੰ ਸਾਡਾ ਸੇਵਕ ਬਣਨਾ, ਪਹਿਲੇ ਤੈਨੂੰ ਦਾਤ ਤੁਰ ਦਰਗਾਹ ਤੋਂ ਲਿਆਂਦੀ ਸੀ, ਪਰ ਤੂੰ ਕਦਰ ਨਾ ਜਾਣੀ, ਲੈ ਤੈਨੂੰ ਹੁਣ ਨਾਮ ਦੀ ਦਾਤ ਬਖਸ਼ਦੇ ਆ। ਜਿੱਦਾਂ ਜਿੱਦਾਂ ਨਾਮ ਦੀ ਕਮਾਈ ਕਰੇਗਾ, ਅਭਿਆਸ ਕਰੇਗਾ, ਭਜਨ ਕਰੇਗਾ, ਜਿਵੇਂ ਜਿਵੇਂ ਤੇਰਾ ਸਿਮਰਨ ਵਧੇਗਾ, ਤੇਰੇ ਅੰਦਰੋਂ ਹੀ ਉਹ ਅੰਮ੍ਰਿਤ ਦੀ ਦਾਤ ਨਾਮ ਜਪਣ ਨਾਲ ਪ੍ਰਗਟ ਹੋ ਜਾਣੀ, ਆਖੋ ਸਤਨਾਮ। ਵਾਹਿਗੁਰੂ। ਜਿੰਨੀਆਂ ਬਖਸ਼ਿਸ਼ਾਂ ਮਹਾਰਾਜ ਉਹਦੇ ਵਿੱਚ ਉਸ ਅੰਮ੍ਰਿਤ ਕਰਕੇ ਹੋਈਆਂ,
ਬੱਚੀ ਕਰਮਾਂ ਤੇ ਮੇਰੇ ਤੇ ਵੀ ਇੰਨੀ ਕਿਰਪਾ ਹੋ ਜਾਣੀ। ਮਹਾਰਾਜ ਕਹਿੰਦੇ ਹਾਂ ਬਹੁਤ ਜ਼ਿਆਦਾ। ਸੱਚੇ ਪਾਤਸ਼ਾਹ ਨਾਮ ਦੇ ਨਾਲ ਮੇਰਾ ਭਲਾ ਹੋ ਜਾਊਗਾ। ਮੈਂ ਬੜੇ ਗੁਨਾਹ ਕੀਤੇ, ਬੜੇ ਮਾੜੇ ਕਰਮ ਕੀਤੇ, ਨਾਮ ਮੈਨੂੰ ਤਾੜ ਦੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਗੱਲ ਕਰਦਾ ਹੈ, ਉਹ ਹਰੀ ਪਰਮੇਸ਼ਰ ਦਾ ਨਾਮ, ਰੱਬ ਦਾ ਨਾਮ। ਗੁਰੂ ਰਵਿਦਾਸ ਜੀ ਨੇ ਰਾਜੇ ਪੀਪੇ ਨੂੰ ਸਮਝਾਉਣ ਦੇ ਲਈ ਆਪਣੇ ਮੁਖ ਤੋਂ ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ। ਆਓ ਇੱਕ ਇੱਕ ਪੰਕਤੀ ਬੜੇ ਪਿਆਰ ਨਾਲ ਸਰਵਣ ਕਰਿਓ। ਹਾਂਜੀ। ਹਰ 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 ਹਰੇ ਹਰ ਸਿਮਰਤ ਜਨ ਗੇ ਨਿਸਤਰ ਤਰੇ ਰਹਾਉ। ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਚਨ ਕਰਦੇ ਆ। ਉਹ ਹਰੀ ਦੇ ਨਾਮ ਦੀ ਗੱਲ ਕਰਦਾ, ਰੱਬ ਦੇ ਨਾਮ ਦੀ। ਹਰ 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 ਹਰੇ। ਹਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਹਰੀ ਦਾ ਹੀ ਰੂਪ ਹੋ ਜਾਂਦੇ। ਆਖੋ ਸਤਿਨਾਮ ਵਾਹਿਗੁਰੂ। ਹਰ ਸਿਮਰਤ ਜਨ ਗਏ ਨਿਸਤਾਰ ਤਰੇ। ਹਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਜੀਵ ਇਸ ਭਵ ਸਾਗਰ ਤੋਂ ਪਾਰ ਹੋ ਗਏ। ਨਾਮ ਦੇ ਵਿੱਚ ਐਡੀ ਵੱਡੀ ਤਾਕਤ ਹੈ। ਆਖੋ ਸਤਿਨਾਮ ਵਾਹਿਗੁਰੂ। ਸਾਧ ਸੰਗਤ ਜੀ, ਰਾਜਾ ਪੀਪਾ ਕਹਿੰਦਾ ਮਹਾਰਾਜ ਬੜੇ ਮਾੜੇ ਕਰਮ ਕੀਤੇ ਐ, ਉਹ ਵੀ ਕੱਟੇ ਜਾਣਗੇ। ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਮਾਣ ਦੇ ਕੇ ਰਾਜੇ ਪੀਪੇ ਨੂੰ ਸਮਝਾਣਾ ਕਰਦੇ। ਹਾਂਜੀ। ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ। ਕਬੀਰ ਜੀ ਨੂੰ ਜਾਣਦਾ ਹੈ? ਕਹਿੰਦੇ ਹਾਂ ਮਹਾਰਾਜ ਜਾਣਦਾ। ਜਿੱਦਾਂ ਤੁਹਾਡੀ ਸੋਭਾ ਹੋ ਰਹੀ ਸਾਰੇ ਪਾਸੇ, ਕਬੀਰ ਮਹਾਰਾਜ ਦੀ ਵੀ ਸੋਭਾ ਸਾਰੇ ਪਾਸੇ ਹੋ ਰਹੀ। ਤੈਨੂੰ ਪਤਾ ਸੋਭਾ ਕਿਉਂ ਹੁੰਦੀ? ਕਹਿੰਦੇ ਨਾ ਮਹਾਰਾਜ ਇਹ ਨਹੀਂ ਪਤਾ। ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ। ਜਿਹੜੇ ਨਾਮ ਦੀ ਤੂੰ ਗੱਲ ਕਰਦਾ ਨਾ ਵੀ ਮੇਰੇ ਮਾੜੇ ਕਰਮ ਕੱਟੇ ਜਾਣਗੇ, ਹਰੀ ਪਰਮੇਸ਼ਰ ਦੇ ਸਿਮਰਨ ਕਰਕੇ ਭਜਨ ਕਰਕੇ ਕਬੀਰ ਜੀ ਮਹਾਰਾਜ ਉਜਾਗਰ ਹੋ ਗਏ। ਉਹ ਪ੍ਰਗਟ ਹੋ ਗਏ, ਉਹਨਾਂ ਦੀ ਸਭ ਪਾਸੇ ਜੈ ਜੈਕਾਰ ਹੋ ਰਹੀ ਹੈ। ਜਨਮ ਜਨਮ ਕੇ ਕਾਟੇ ਕਾਗਰ। ਕੱਲੇ ਇਸੇ ਜਨਮ ਦੇ ਨਹੀਂ, ਜਨਮਾਂ ਜਨਮਾਂ ਦੇ ਮਾੜੇ ਕੀਤੇ ਕਰਮ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਧੋਤੇ ਜਾਂਦੇ, ਕੱਟੇ ਜਾਂਦੇ, ਮਨ ਸ਼ੁੱਧ ਹੋ ਜਾਂਦਾ। ਆਖੋ ਸਤਿਨਾਮ ਵਾਹਿਗੁਰੂ। ਅੱਗੇ ਪ੍ਰਮਾਣ ਦਿੰਦੇ। ਹਾਂਜੀ। ਨਿਮਤ ਨਾਮ ਦਿਓ ਦੂਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ। ਇਦਾਂ ਕਦੀ ਹੋ ਸਕਦਾ ਫਿਰ ਰੱਬ ਆ ਕੇ ਦੁੱਧ ਪੀਵੇ, ਰੋਟੀ ਖਾ ਲਵੇ ਧਰਤੀ ਤੇ ਆ ਕੇ? ਪਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਇਹਨਾਂ ਦੇ ਹੱਥੋਂ ਪ੍ਰਸ਼ਾਦਾ ਵੀ ਛਕਿਆ ਸਤਿਗੁਰੂ ਬਾਬਾ ਧੰਨਾ ਜੀ ਦੇ ਹੱਥੋਂ, ਤੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਹੱਥੋਂ ਦੁੱਧ ਵੀ ਪੀਤਾ। ਆਖੋ ਸਤਿਨਾਮ ਵਾਹਿਗੁਰੂ। ਉਹਨਾਂ ਦੇ ਕੋਲ ਸਿਮਰਨ ਸੀ, ਭਜਨ ਸੀ। ਨਿਮਿਤ ਨਾਮ ਦਿਓ ਦੁੱਧ ਪਿਆਇਆ। ਨਾਮ ਦੇ ਸਿਮਰਨ ਕਰਕੇ ਭਗਤ ਨਾਮ ਦੇ ਮਹਾਰਾਜ ਸਤਿਗੁਰੂ ਨਾਮਦੇਵ ਮਹਾਰਾਜ ਜੀ ਨੇ ਉਸ ਪਰਮੇਸ਼ਰ ਨੂੰ ਦੁੱਧ ਪਿਆਉਣਾ ਕੀਤਾ। ਤਉ ਜਗ ਜਨਮ ਸੰਕਟ ਨਹੀਂ ਆਇਆ। ਨਾਮ ਦੇ ਸਿਮਰਨ ਕਰਕੇ ਭਜਨ ਕਰਕੇ ਬੰਦਾ ਨਖਿੱਧ ਜੂਨਾਂ ਦੇ ਗੇੜ ਵਿੱਚ ਨਹੀਂ ਪੈਂਦਾ, ਉਹਦਾ ਭਲਾ ਹੋ ਜਾਂਦਾ। ਆਖੋ ਸਤਿਨਾਮ ਵਾਹਿਗੁਰੂ। ਅੱਗੇ ਪ੍ਰਮਾਣ ਦਿੰਦੇ। ਜਨ ਰਵਿਦਾਸ ਰਾਮ ਰੰਗ ਰਾਤਾ ਏਉ ਗੁਰੂ ਪ੍ਰਸਾਦ ਨਰਕ ਨਹੀਂ ਜਾਤਾ। ਪਰਮੇਸ਼ਰ ਤੋਂ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਨਾਮ ਦਾ ਰੰਗ ਮੰਗਿਆ ਸੀ ਕਿ ਨਾਮ ਦਾ ਰੰਗ ਚੜਾ ਜੇ ਚੜਾਉਣਾ ਹੈ, ਦੁਨੀਆ ਦੇ ਝੂਠੇ ਰੰਗਾਂ ਦੀ ਲੋੜ ਨਹੀਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਰਾਜਾ ਪੀਪਾ ਸਾਡੇ ਕੋਲ ਆਇਆ ਕਾਦੇ ਕਰਕੇ? ਮਹਾਰਾਜ ਤੁਹਾਡੀ ਮਹਿਮਾ ਸੁਣ ਕੇ, ਵਡਿਆਈ ਸੁਣ ਕੇ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹ ਸਾਡੀ ਮਹਿਮਾ ਨਹੀਂ, ਸਾਡੀ ਵਡਿਆਈ ਨਹੀਂ। ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਣ ਕਰਕੇ ਉਹ ਵੀ ਨਾਮ ਦੀਆਂ ਵਡਿਆਈਆਂ ਐ, ਸਾਡੀਆਂ ਵਡਿਆਈਆਂ ਕੋਈ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਨਾਮ ਜਪਣ ਕਰਕੇ ਹੀ ਵਡਿਆਈ ਹੁੰਦੀ ਹੈ ਬੰਦੇ ਦੀ, ਚੰਗੇ ਕਰਮ ਕਰਕੇ ਹੀ ਬੰਦੇ ਦੀ ਵਡਿਆਈ ਹੁੰਦੀ ਹੈ। ਮਹਾਰਾਜ ਕਹਿੰਦੇ ਨਾਮ ਦੀਆਂ ਵਡਿਆਈਆਂ ਸਾਰੀਆਂ
ਹਰੀ ਪਰਮੇਸ਼ਰ ਦੇ ਨਾਮ ਦੀਆਂ, ਤਾਂ ਤੂੰ ਸਾਡੇ ਕੋਲ ਆਇਆ ਹੈ। ਡਰ ਨਾ, ਇਉਂ ਗੁਰਪ੍ਰਸਾਦ ਨਰਕ ਨਹੀਂ ਜਾਤਾ। ਤੂੰ ਕਹਿੰਦਾ ਮਾੜੇ ਕਰਮ ਕੀਤੇ ਨਰਕਾਂ ਤੋਂ ਡਰ ਲੱਗਦਾ। ਜਿਨ੍ਹਾਂ ਦੇ ਕੋਲ ਗੁਰੂ ਦੀ ਕਿਰਪਾ ਦਾ ਨਾਲ ਮਹਾਂਪੁਰਖਾਂ ਦੀ ਬਾਣੀ ਵਿੱਚ ਦਰਜ ਹੈ, ਕਈ 35 ਮੰਨਦੇ ਨੇ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਦੇ, ਗੁਰੂ ਰਵਿਦਾਸ ਜੀ ਮਹਾਰਾਜ ਨੂੰ, ਸਤਿਗੁਰੂ ਨਾਮਦੇਵ ਜੀ ਮਹਾਰਾਜ ਨੂੰ, ਸਾਰਿਆਂ ਨੂੰ ਬਰੋਬਰ ਮੱਥਾ ਟੇਕਿਆ ਜਾਂਦਾ। ਉਹਨਾਂ ਦਾ ਜੀਵਨ ਪੜ੍ਹ ਲਓ। ਕਿਸੇ ਦਾ ਜਨਮ ਕਿਤੇ ਹੋਇਆ, ਕਿਸੇ ਦਾ ਕਿਤੇ ਹੋਇਆ, ਮਹਾਰਾਸ਼ਟਰ, ਕਿਸੇ ਦਾ ਪੰਜਾਬ ਦੀ ਧਰਤੀ ਤੇ, ਕਿਸੇ ਦਾ ਪਾਕਿਸਤਾਨ ਦੀ ਧਰਤੀ ਤੇ, ਕਿਸੇ ਦਾ ਉੱਤਰ ਪ੍ਰਦੇਸ਼ ਦੀ ਧਰਤੀ ਤੇ, ਪਰ ਬੈਠੇ ਇੱਕੋ ਜਗ੍ਹਾ। ਇੱਕੋ ਜਗ੍ਹਾ ਤਾਂ ਬੈਠੇ ਕਿਉਂਕਿ ਉਹਨਾਂ ਦਾ ਮਿਸ਼ਨ ਇੱਕ ਸੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ। ਮਨੁੱਖਤਾ ਨੂੰ ਬਰੋਬਰ ਕਰਨਾ, ਛੂਆ ਛਾਤ ਦੇ ਕਲੰਕ ਨੂੰ ਖਤਮ ਕਰਨਾ, ਆਪਸ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ। ਆਖੋ ਸਤਿਨਾਮ ਵਾਹਿਗੁਰੂ। ਭਾਵੇਂ ਗਿਆਨ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਲੈ ਲਓ, ਭਾਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ ਗਿਆਨ ਲੈ ਲਓ, ਭਾਵੇਂ ਸਤਿਗੁਰੂ ਕਬੀਰ ਜੀ ਮਹਾਰਾਜ ਨੂੰ ਪੜ੍ਹ ਲਓ, ਭਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੜ੍ਹ ਲਓ। ਗਿਆਨ ਕਿਸੇ ਦਾ ਬਾਦ ਘਾਟ ਨਹੀਂ, ਰੂਹਾਨੀਅਤ ਦਾ ਖਜ਼ਾਨਾ ਸਾਰਿਆਂ ਦਾ ਬਰੋਬਰ ਹੈ। ਆਖੋ ਸਤਿਨਾਮ ਵਾਹਿਗੁਰੂ। ਸ਼੍ਰੀ ਗੁਰੂ ਤੇਗ ਬਹਾਦਰ, ਜੇ ਗੁਰੂ ਰਵਿਦਾਸ ਜੀ ਮਹਾਰਾਜ ਨਾਮ ਦੀ ਗੱਲ ਕਰਦੇ ਆ ਤਾਂ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ 3 ਅਵਸਥਾ ਬੰਦੇ ਤੇ ਆਉਂਦੀਆਂ, ਬਾਲ ਜਵਾਨੀ ਅਰ ਬਿਰਧ ਫੁੰਨ, 3 ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹਰ ਇੱਕ ਜੀਵ ਨੇ ਪਰਮੇਸ਼ਰ ਨਾਲ ਵਾਅਦਾ ਕੀਤਾ ਮਾਤਾ ਦੇ ਉਦਰ ਵਿੱਚ, ਮੁਖ ਤੱਲੇ ਪੈਰ ਉੱਪਰੇ ਵਸੰਦੋ ਕੁਹੱਥੜੇ ਥਾਏ। ਜਦੋਂ ਪੁੱਠਾ ਲਟਕਦਾ ਸੀ, ਸਤਿਗੁਰੂ ਜੀ ਕਹਿੰਦੇ ਆ ਪਰਮੇਸ਼ਰ ਨਾਲ ਅਰਦਾਸਾਂ ਕਰਦਾ, ਵਾਅਦਾ ਕਰਦਾ, ਮਹਾਰਾਜ ਮੈਨੂੰ ਮਾਤਾ ਦੀ ਜਠਰ ਅਗਨੀ ਤੋਂ ਬਚਾਓ, ਜਨਮ ਦੇਵੋ, ਬਾਹਰ ਕੱਢੋ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਤੁਹਾਡਾ ਨਾਮ ਜਪਾਂਗਾ। ਆਖੋ ਸਤਿਨਾਮ ਵਾਹਿਗੁਰੂ। ਹਰ ਇੱਕ ਜੀਵ ਪਰਮੇਸ਼ਰ ਨਾਲ ਵਾਅਦਾ ਕਰਕੇ ਆਇਆ, ਕਿਉਂਕਿ ਰੱਬ ਦਾ ਨਾਮ ਮਾਤਾ ਦੇ ਗਰਭ ਵਿੱਚ ਉਸ ਬੱਚੇ ਦੀ ਪਾਲਣਾ ਪੋਸ਼ਣਾ ਕਰਦਾ ਹੈ। ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਜਨਮ ਹੋ ਗਿਆ, ਬਚਪਨ ਅਵਸਥਾ ਆ ਗਈ, ਬਚਪਨ ਲੰਘ ਗਿਆ ਖੇਡਾਂ ਵਿੱਚ, ਜਵਾਨੀ ਲੰਘ ਗਈ ਹੰਕਾਰ ਵਿੱਚ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ। ਤੇ ਬੁਢੇਪਾ ਸਾਧ ਸੰਗਤ ਜੀ ਜਦੋਂ ਆਉਂਦਾ, ਜਦੋਂ ਸਮਝ ਪੈਂਦੀ ਹੈ, ਦਿਲ ਕਰਦਾ ਸੇਵਾ ਕਰੀਏ, ਨਾਮ ਜਪੀਏ, ਆਹ ਕਰੀਏ, ਇੱਦਾਂ ਨਾ ਤੇ ਹੁਣ ਸੇਵਾ ਹੁੰਦੀ ਹੈ, ਗੋਡੇ ਦੁਖਦੇ ਹੈ, ਨਾ ਹੀ ਫਿਰ ਨਾਮ ਜਪਿਆ ਜਾਂਦਾ। ਜੇ ਸਰੀਰ ਤੰਦਰੁਸਤ ਹੈ ਤਾਂ ਹੀ ਸਭ ਕੁਝ ਪ੍ਰਾਪਤ ਹੁੰਦਾ। ਇੱਦਾਂ ਹੀ ਕਰਦਿਆਂ ਕਰਾਂਦਿਆਂ ਮਹਾਰਾਜ ਕਹਿੰਦੇ ਬੁਢੇਪਾ ਵੀ ਲੰਘ ਜਾਂਦਾ। ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ 3 ਅਵਸਥਾ ਵਿਅਰਥ ਲੰਘ ਗਈਆਂ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜਿਹੜਾ ਮਾਨ ਚੁੱਕੀ ਫਿਰਦਾ ਸੀ ਮਨੁੱਖੇ ਜਨਮ ਦਾ, ਉਹ 3 ਅਵਸਥਾ ਕਰਕੇ ਸਾਰਾ ਜਨਮ ਜਿਹੜਾ ਵਿਅਰਥ ਚਲਾ ਗਿਆ ਨਾਮ ਤੋਂ ਬਗੈਰ। ਪਰ ਮਾਲਕ ਨਾ ਕੀਤਾ ਵਾਅਦਾ ਭੁੱਲ ਗਿਆ। ਨਾਮ ਦੀ ਦਾਤ ਰਾਜੇ ਪੀਪੇ ਨੂੰ ਬਖਸ਼ੀ। ਨਾਮ ਦੀ ਗੱਲ ਸਤਿਗੁਰੂ ਜੀ ਕਰਦੇ ਐ। ਆ ਪੜਿਓ ਧਾਰਨਾ, ਪਹਿਲੇ ਸੇਵੇ ਦਾਸ ਫਿਰ ਸਾਰੇ ਭਾਈ, ਤੀਜੇ ਸੇਵੇ ਸਾਰੀਆਂ ਭੈਣਾਂ ਗੱਜ ਕੇ ਬੋਲਿਓ ਭਾਈ। ਹਰ ਇੱਕ ਜੀਵ ਨੇ ਮਾਲਕ ਨਾਲ ਵਾਅਦਾ ਕੀਤਾ ਹੈ, ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। ਨਾਮ ਜਪ ਲੈ ਜਪ ਲੈ ਜਿੰਦੇ ਨੀ। ਜਿਸ ਹਿਸਾਬ ਨਾਲ ਸੰਗਤ ਦਾ ਇਕੱਠ ਹੈ, ਆਵਾਜ਼ ਘੱਟ ਆਈ। ਭੈਣਾਂ ਨੂੰ ਬੇਨਤੀ ਹੈ, ਜਦੋਂ ਵਿਆਹ ਹੁੰਦਾ ਪਿੰਡ ਵਿੱਚ ਇੰਨੀ ਉੱਚੀ ਭੈਣਾਂ ਗੀਤ ਗਾਉਂਦੀਆਂ ਵੀ ਪਤਾ ਲੱਗ ਜਾਂਦਾ ਵੀ ਪਿੰਡ 'ਚ ਵਿਆਹ ਹੈ। ਮੈਨੂੰ ਇਹ ਦੱਸੋ ਕਿ ਅੱਜ ਦੀ ਜਿਹੜੀ ਖੁਸ਼ੀ ਹੈ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਦੀ, ਵਿਆਹ ਨਾਲੋਂ ਘੱਟ ਹੈ ਕਿਤੇ? ਜੇ ਵਿਆਹ ਹੋਵੇ ਤੇ ਪਿੰਡ 'ਚ ਹੀ ਮਨਾਇਆ ਜਾਂਦਾ, ਪੂਰੀ ਦੁਨੀਆ 'ਚ ਥੋੜ੍ਹੀ। ਬਾਬੇ ਦਾ ਪ੍ਰਕਾਸ਼ ਦਿਹਾੜਾ ਤੇ ਸਾਰੀ ਦੁਨੀਆ 'ਚ ਮਨਾਇਆ ਜਾਂਦਾ। ਇਸ ਲਈ ਸੰਗੋ ਨਾ
ਵਿਆਹ ਤੋਂ ਘੱਟ ਕੁਛ ਨਹੀਂ। ਅੱਜ ਮਹਾਰਾਜ ਜੀ ਦੇ ਗੁਣ ਗਾਈਏ। ਅੱਜ ਗੁਰੂ ਰਵਿਦਾਸ ਮਹਾਰਾਜ ਵੀ ਖੁਸ਼ ਹੋਣ ਤੇ ਆ ਨਗਰ ਦੀ ਸੰਗਤ ਮੈਨੂੰ ਯਾਦ ਕਰ ਰਹੀ। ਆਖੋ ਸਤਨਾਮ। ਇਹਦਾ ਪ੍ਰੇਮ ਬਣਾ ਕੇ ਬੈਠੀਏ। ਸੰਗਿਓ ਨਾ ਗੱਜ ਕੇ ਪੜਿਓ ਤੀਜੇ ਹਿੱਸੇ ਵਿੱਚ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਬੋਲੋ ਜੀ। ਕਰਾਰ। ਨਾਮ ਜਪ ਲੈ ਜਿੰਦੇ ਨੀ ਆਇਆ ਬਚਪਨ ਜਿੰਦੇ ਨੀ ਤੇਰਾ, ਏਡਾ ਨਾਲ ਪਿਆਰ। 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 ਆਇਆ ਬਚਪਨ ਜਿੰਦੇ ਨੀ। ਆਈ ਜਵਾਨੀ ਜਿੰਦੇ ਨੀ ਤੈਨੂੰ, ਚੜਿਆ ਹੰਕਾਰ। 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 ਆਈ ਜਵਾਨੀ ਜਿੰਦੇ ਨੀ। ਆਇਆ ਬੁਢੇਪਾ ਜਦੋਂ ਇਨਸਾਨ ਬੁੱਢਾ ਹੁੰਦਾ ਹੈ, ਸਰੀਰ ਦੀ ਅਵਸਥਾ ਬਦਲ ਜਾਂਦੀ। ਅੱਖਾਂ ਤੋਂ ਦਿਸਣਾ ਘਟ ਜਾਂਦਾ, ਕੰਨਾਂ ਤੋਂ ਸੁਣਨਾ ਘਟ ਜਾਂਦਾ, ਮੂੰਹ ਵਿੱਚ ਦੰਦ ਨਹੀਂ ਰਹਿੰਦੇ ਚੰਗੀ ਤਰ੍ਹਾਂ, ਫਿਰ ਬੋਲਿਆ ਨਹੀਂ ਜਾਂਦਾ, ਸਰੀਰ ਸਾਥ ਨਹੀਂ ਦਿੰਦਾ। ਜਦੋਂ ਚੱਲਦਾ ਗੋਡੇ ਦੁਖਦੇ ਆ, ਸੇਵਾ ਵੀ ਨਹੀਂ ਹੁੰਦੀ। ਫਿਰ ਮਹਾਰਾਜ ਕਹਿੰਦੇ ਬੁਢੇਪਾ ਆ ਗਿਆ, ਹੱਡੀਆਂ ਨੇ ਜਵਾਬ ਦੇ ਦਿੱਤਾ। ਆਖੋ ਸਤਨਾਮ। ਆਇਆ ਬੁਢੇਪਾ ਜਿੰਦੇ ਨੀ ਹੱਡੀਆਂ, ਦੇਣ ਜਵਾਬ। 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 ਆਇਆ ਬੁਢੇਪਾ ਜਿੰਦੇ ਨੀ। ਨਾਮ ਜਪ ਲੈ ਜਿੰਦੇ ਨੀ ਆਈ, ਕਰਕੇ ਕਰਾਰ। 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 ਪਰਮੇਸ਼ਰ ਨਾਲ ਵਾਅਦਾ ਕੀਤਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਤਿੰਨੇ ਅਵਸਥਾ ਨਾਮ ਤੋਂ ਬਗੈਰ ਬੰਦਾ ਵਿਅਰਥੀ ਲੰਘਾ ਲੈਂਦਾ। ਆਖੋ ਸਤਨਾਮ। ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਰਾਜਾ ਪੀਪਾ ਨਾਮ ਦੇ ਨਾਲ ਕਰਤਾਰ ਤੇਰਾ ਭਲਾ ਕਰੇਗਾ, ਭਜਨ ਕਰਿਆ ਕਰ,
ਚੰਗਾ ਕਰਮ ਕਰਿਆ ਕਰ, ਪਰਜਨ ਨੂੰ ਸੁਖ ਦਿਆ ਕਰ ਤੇ ਮਾਲਕ ਤੇਰਾ ਭਲਾ ਕਰੇਗਾ। ਮਹਾਰਾਜ ਨਾਮ ਦੀ ਕਮਾਈ ਕਰਕੇ ਸਭ ਕੁਝ ਮਿਲ ਜਾਂਦਾ। ਮਹਾਰਾਜ ਕਹਿੰਦੇ ਹਾਂ। ਫਿਰ ਮਹਾਰਾਜ ਜਿਹੜੇ ਆਹ ਬਾਹਰ ਹੈ ਇਹ ਕਰਮਕਾਂਡ ਵੀ ਕਰਨੇ ਪੈਂਦੇ। ਮਹਾਰਾਜ ਕਹਿੰਦੇ ਕੋਈ ਕਰਮਕਾਂਡ ਨਹੀਂ ਕਰਨਾ, ਜੋ ਤੈਨੂੰ ਬਾਹਰ ਨਜ਼ਰ ਆਉਂਦਾ ਉਹੀ ਸਾਰਾ ਕੁਝ ਤੇਰੇ ਅੰਦਰ ਹੈ। ਰਾਜੇ ਪੀਪੇ ਨੇ ਫਿਰ ਇੰਨੀ ਨਾਮ ਦੀ ਕਮਾਈ ਕੀਤੀ, ਇੰਨੀ ਬੰਦਗੀ ਕੀਤੀ, ਜਿਵੇਂ ਗੁਰੂ ਰਵਿਦਾਸ ਜੀ ਨੂੰ ਧੁਰ ਕੀ ਬਾਣੀ ਆਈ, ਇੱਦਾਂ ਰਾਜੇ ਪੀਪੇ ਨੂੰ ਵੀ ਧੁਰ ਦਰਗਾਹ ਤੋਂ ਬਾਣੀ ਆਈ। ਆਖੋ ਸਤਨਾਮ ਵਾਹਿਗੁਰੂ। ਇੱਕ ਸ਼ਬਦ ਧੁਰ ਕੀ ਬਾਣੀ ਦਾ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਹੁਣ ਰਾਜਾ ਪੀਪਾ ਨਹੀਂ, ਹੁਣ ਸਤਿਗੁਰੂ ਮਹਾਰਾਜਾ ਪੀਪਾ ਜੀ ਹੋ ਗਏ। ਆਖੋ ਸਤਨਾਮ ਵਾਹਿਗੁਰੂ। ਸੰਗਤ ਕਰਕੇ, ਭਜਨ ਕਰਕੇ। ਰਾਜੇ ਪੀਪੇ ਨੂੰ ਗੁਰਾਂ ਨੇ ਜੀ ਤਾਰਿਆ, ਨਾਮ ਦੇ ਕੇ ਸੱਚੇ ਸਾਹਿਬ ਦਾ। ਰਾਜੇ ਪੀਪੇ ਨੂੰ ਗੁਰਾਂ ਨੇ ਜੀ ਤਾਰਿਆ, ਨਾਮ ਦੇ ਕੇ ਸੱਚੇ ਸਾਹਿਬ ਦਾ। ਸਾਹਿਬ ਦਾ ਨਾਮ ਦੇ ਕੇ ਰਾਜੇ ਪੀਪੇ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਨੇ ਤਾਰਨਾ ਕੀਤਾ। ਆਖੋ ਸਤਨਾਮ ਵਾਹਿਗੁਰੂ। ਉਹ ਜਿਸ ਗੁਰੂ ਨੇ ਰਾਜੇ ਮਹਾਰਾਜਿਆਂ ਉੱਤੇ ਕਿਰਪਾ ਕਰ ਦਿੱਤੀ, ਅਸੀਂ ਤੇ ਫੇਰ ਉਹਨਾਂ ਦੇ ਧੀਆਂ ਪੁੱਤਰ ਆ, ਸਾਨੂੰ ਕਿਉਂ ਨਹੀਂ ਤਾਰਨਗੇ? ਸਾਨੂੰ ਵਿਸ਼ਵਾਸ ਹੋ ਜੇ ਰਾਜੇ ਪੀਪੇ ਵਾਂਗ, ਸਾਨੂੰ ਵਿਸ਼ਵਾਸ ਹੋ ਜੇ ਸੱਤ ਮੀਰਾਂ ਜੀ ਵਾਂਗ। ਇੱਕ ਵਾਰੀ ਫਿਰ ਮਹਾਰਾਜ ਜੀ ਦਾ ਲੜ ਫੜ ਕੇ ਫਿਰ ਭਰੋਸਾ ਰੱਖੀਏ, ਪ੍ਰੇਮ ਫਿਰ ਸੱਚਾ ਹੋ ਜੇ ਗੁਰੂ ਦੇ ਨਾਲ, ਫਿਰ ਗੱਲ ਬਣਦੀ। ਆਖੋ ਸਤਨਾਮ ਵਾਹਿਗੁਰੂ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ, ਗੁਰੂ ਕੇ ਵਜ਼ੀਰ ਸਹਿਬਾਨਾਂ ਦਾ। ਬਹੁਤ ਸੋਹਣੀ ਆਵਾਜ਼ ਮੇਰੇ ਵੀਰ ਦੀ, ਬੜੇ ਪਿਆਰ ਦੇ ਨਾਲ ਭਿੱਜ ਕੇ ਕੀਰਤਨ ਕਰਦੇ ਸੀ, ਦਿਲ ਕਰਦਾ ਸੀ ਸੁਣੀ ਜਾਈਏ। ਬਹੁਤ ਮਹਾਰਾਜ ਦੀ ਕਿਰਪਾ ਹੈ। ਤੇ ਮੈਂ ਬੇਨਤੀ ਕਰਨੀ ਸੰਗਤ ਨੂੰ, ਇੱਕ ਮਿੰਟ ਜਰਾ ਧਿਆਨ ਦੇ ਕੇ ਸਾਰੀ ਸੰਗਤ ਸੁਣਿਓ। ਅੱਗੇ ਤੋਂ ਜਦੋਂ ਵੀ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਜਦੋਂ ਭੋਗ ਦੇ ਸ਼ਲੋਕ ਆਰੰਭ ਹੁੰਦੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਸ ਤੋਂ ਪਹਿਲਾਂ ਆ ਕੇ ਮਹਾਰਾਜ ਦੀ ਹਜ਼ੂਰੀ 'ਚ ਬੈਠੀਏ, ਮਹਾਰਾਜ ਦੀ ਬਾਣੀ ਸੁਣੀਏ। ਸਾਡੇ ਮਹਾਂਪੁਰਖ ਵਚਨ ਕਰਿਆ ਕਰਦੇ ਸੀ, ਕਹਿੰਦੇ ਜੇ ਪੂਰਾ ਅਖੰਡ ਪਾਠ ਨਾ ਵੀ ਸੁਣ ਹੋਵੇ ਕਿਸੇ ਵਜ੍ਹਾ ਕਰਕੇ, ਵੈਸੇ ਤਾਂ ਸਾਨੂੰ ਸੁਣਨਾ ਚਾਹੀਦਾ ਜਦੋਂ ਕਰਾਉਂਦੇ ਆ, ਤੇ ਸਾਨੂੰ ਭੋਗ ਦੇ ਸ਼ਲੋਕ ਜ਼ਰੂਰ ਸੁਣਨੇ ਚਾਹੀਦੇ ਕੋਲ ਬਹਿ ਕੇ, ਫਿਰ ਉਨਾ ਹੀ ਫਲ ਪ੍ਰਾਪਤ ਹੋ ਜਾਂਦਾ। ਤੇ ਦੂਜੀ ਬੇਨਤੀ, ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਿਆ ਕਰੋ। ਅੱਛਾ ਜੀ। ਦੁਨੀਆ ਵਿੱਚ ਇੱਕੋ ਇੱਕ ਪਾਵਨ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਵਿੱਚ ਬਰੋਬਰ ਮਹਾਰਾਜ ਦੀ ਬਾਣੀ ਦਰਜ ਹੈ। ਤੇ ਜਿੱਥੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ
ਜਿੱਥੇ ਗੁਰੂ ਮਹਾਂਪੁਰਖਾਂ ਦਾ ਸਤਿਕਾਰ ਕਰਨਾ, ਉੱਥੇ ਸਾਡਾ ਫਰਜ਼ ਬਣਦਾ ਆਪਣੇ ਬਜ਼ੁਰਗਾਂ ਦਾ ਵੀ ਸਤਿਕਾਰ ਕਰਿਆ ਕਰੀਏ। ਸਾਧ ਸੰਗਤ ਜੀ, ਜਿਨ੍ਹਾਂ ਦੀ ਬਦੌਲਤ ਇਸ ਸੰਸਾਰ ਵਿੱਚ ਆਏ ਆ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸੁੱਖ ਮਾਣਦੇ ਆ, ਜਿਨ੍ਹਾਂ ਮਾਪਿਆਂ ਨੇ ਆਪ ਭਾਵੇਂ ਚੰਗੇ ਵਸਤਰ ਪਹਿਨ ਕੇ ਨਾ ਵੇਖੇ ਹੋਣ, ਜਿਸ ਪਿਤਾ ਨੇ ਉਹੋ ਜਿਹੀ ਟੁੱਟੀ ਜੁੱਤੀ ਪਾ ਕੇ ਗੁਜ਼ਾਰਾ ਕੀਤਾ ਹੋਵੇ, ਫਟੇ ਪੁਰਾਣੇ ਜਿਹੇ ਕੱਪੜਿਆਂ ਨਾਲ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਸੁੱਖ ਦਿੱਤੇ ਹੋਣ, ਤੇ ਜਦੋਂ ਬੱਚੇ ਵੱਡੇ ਹੋ ਕੇ ਉਸ ਬਾਪੂ ਨੂੰ, ਉਸ ਮਾਂ ਨੂੰ ਨਹੀਂ ਪੁੱਛਦੇ, ਫਿਰ ਬੜਾ ਦਿਲ ਦੁਖੀ ਹੁੰਦਾ। ਜਿਨ੍ਹਾਂ ਦੇ ਘਰ ਵਿੱਚ ਬਜ਼ੁਰਗ ਨੇ, ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਜੇ ਆਪਾਂ ਬਜ਼ੁਰਗਾਂ ਦੇ ਹਿਰਦੇ ਦੁਖੀ ਕਰਦੇ ਆ, ਫਿਰ ਸਾਡੀ ਸੇਵਾ ਨੇ ਸਾਨੂੰ ਤਾਰ ਨਹੀਂ ਦੇਣਾ। ਆਖੋ ਸਤਿਨਾਮ ਵਾਹਿਗੁਰੂ। ਸੇਵਾ ਕਰੋ ਚਾਹੀਦੀ ਹੈ, ਪਰ ਮਾਤਾ ਪਿਤਾ ਦੀ ਵੀ ਸੇਵਾ ਜ਼ਰੂਰੀ ਹੈ ਭਾਈ। ਜਿੱਥੇ ਗੁਰੂ ਮਹਾਂਪੁਰਖਾਂ ਦਾ ਸਤਿਕਾਰ ਕਰਨਾ, ਉੱਥੇ ਆਪਣੇ ਯੁੱਗ ਪੁਰਸ਼ ਭਾਰਤ ਰਤਨ ਡਾਕਟਰ ਅੰਬੇਡਕਰ ਸਾਹਿਬ ਜੀ, ਉਹਨਾਂ ਦਾ ਵੀ ਸਤਿਕਾਰ ਕਰਿਆ ਕਰੋ, ਉਹਨਾਂ ਨੂੰ ਵੀ ਯਾਦ ਰੱਖਿਆ ਕਰੋ, ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸੁੱਖ ਮਾਣਦੇ ਹਾਂ। ਉਸ ਮਹਾਨ ਯੁੱਗ ਪੁਰਸ਼ ਨੇ ਮਹਾਨ ਘਾਲਣਾ ਘਾਲ ਕੇ ਦੁਨੀਆ ਭਰ ਦੇ ਸੁੱਖ ਸਾਡੀ ਝੋਲੀ ਪਾਏ ਆ। 24 ਘੰਟਿਆਂ ਵਿੱਚੋਂ 22 ਘੰਟੇ ਜਾ ਕੇ ਉਸ ਸ਼ਖਸ ਨੇ, ਸਾਧ ਸੰਗਤ ਜੀ, ਸਮਾਜ ਦੇ ਲੇਖੇ ਆਪਣਾ ਜਨਮ ਲਾਇਆ ਤੇ ਸੰਵਿਧਾਨ ਲਿਖ ਕੇ ਦੇਸ਼ ਕੌਮ ਦਾ ਸਾਰੇ ਸੁੱਖ ਸਾਡੀ ਝੋਲੀ ਪਾਏ। ਪੜ੍ਹਿਓ ਇੱਕ ਧਾਰਨਾ, ਤੇ ਨਾਲ ਹੀ ਫਿਰ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਦੱਸ ਦੇਣਗੇ। ਮਹਾਂਪੁਰਖ 108 ਸੰਤ ਬਾਬਾ ਸੀਤਲ ਦਾਸ ਜੀ ਜੋ ਸੰਗਤ ਵਿੱਚ ਵਿਰਾਜਮਾਨ ਨੇ, ਉਹਨਾਂ ਵੱਲੋਂ ਹੁਕਮ ਹੋਇਆ ਵੀ ਮਹਾਰਾਜ ਦਾ ਜਿਹੜਾ ਧਨਾਸਰੀ ਰਾਗ ਦਾ ਸ਼ਬਦ ਉਹ ਪੜ੍ਹ ਦਿਓ। ਆਓ ਸਾਰੀ ਸੰਗਤ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਯਾਦ ਕਰਿਓ। ਇਹ ਸ਼ਬਦ ਪੜ੍ਹ ਕੇ ਫਿਰ ਸਪੂਰਨਤਾ ਹੀ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਜੀ ਦੱਸ ਦੇਣਗੇ। ਜਥੇ ਨਾਲ ਬੜਾ ਪ੍ਰੇਮ ਕਰਦੇ ਨੇ, ਮਹਾਰਾਜ ਦੀ ਬੜੀ ਇਹਨਾਂ ਤੇ ਕਿਰਪਾ ਰਹਿਮਤ ਹੈ, ਮਿੱਠ ਬੋਲੜੇ ਸੁਭਾਅ ਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ, ਚੜ੍ਹਦੀ ਕਲਾ ਬਖਸ਼ਣ ਜੀ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, हर के नाम बिना झूठे सगल पसारे, हर के नाम बिना झूठे सगल पसारे, हर के नाम बिना झूठे सगल पसारे, हर के नाम बिना झूठे सगल नाम तेरो आसनो, नाम तेरो उर्सा, 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 नाम तेरा केसरो ले शिटकारे, नाम तेरो आरती मजन मुरारे, नाम तेरो आरती मजन मुरारे, नाम तेरो आरती मजन मुरारे, नाम तेरा अंबहला, नाम तेरो चंदनो, 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 दस जपे नाम ले तुझे को तारे, नाम तेरो आरती मजन मुरारे, नाम तेरो आरती मजन मुरारे,
तेरे की जोत लगाई, नाम तेरे की जोत लगाई। नाम तेरी जोत लगाई, नाम तेरी जोत लगाई। भयो उजियारो पवन सगलारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरो तागा नाम फूल माला, नाम तेरो तागा नाम फूल माला। नाम तेरो तागा नाम फूल माला, नाम तेरो तागा नाम फूल माला। पारी 18 सकल जुठारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। तेरो किया तुझे क्या अरीफो, तेरो किया तुझे क्या अरीफो। तेरो किया तुझे क्या रूपो, तेरो किया तुझे क्या रूपो। नाम तेरा तू ही चवर टुलारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। 10 8 68 चारे खानी, 10 8 68 चारे खानी। हमने उठाया धूप से चारे खाने, हमने उठाया धूप से चारे खाने। यह वरदान है सकल संसारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। कह रविदास नाम तेरो आरती, कह रविदास नाम तेरो आरती। नाम तेरो आरती, नाम तेरो आरती। सत नाम है हर भोग तुहारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरो आरती मज्जन मुरारे, हर के नाम बिन ਝੂਠੇ ਸਗਲ ਪਸਾਰੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਤਪ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਜਿਹੜਾ ਦੁਬਾਰਾ ਨਵੇਂ ਸਿਰੇ ਤੋਂ ਬਣ ਰਿਹਾ, ਇਮਾਰਤ ਬਣ ਰਹੀ ਹੈ, ਜਿਹੜੀ 35 ਕਰੋੜ ਦੀ ਲਾਗਤ ਨਾਲ ਤਿਆਰ ਹੋਣੀ ਹੈ, ਜੋ ਨਕਸ਼ਾ ਬਣਿਆ ਹੈ। ਸੋ ਸਾਧ ਸੰਗਤ ਜੀ, ਜਦੋਂ ਵੀ ਸਮਾਂ ਬਣੇ ਸ਼੍ਰੀ ਖੁਰਾਲਗੜ੍ਹ ਸਾਹਿਬ ਹਾਜ਼ਰੀ ਭਰਿਓ
ਤਨ ਮਨ ਧਨ ਨਾਲ ਸੇਵਾ ਕਰਿਓ। ਉਹ ਪਾਵਨ ਧਰਤੀ ਐਸੀ ਹੈ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ। ਤੁਸੀਂ ਇਤਿਹਾਸ ਜਥੇ ਪਾਸੋਂ ਪਹਿਲਾਂ ਸਰਵਣ ਕਰ ਚੁੱਕੇ ਹੋ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਖੁਰਾਲਗੜ੍ਹ ਸਾਹਿਬ ਜਾਣ ਵਾਲਿਆਂ ਦੀਆਂ ਇੱਛਾ ਤੇ ਪੂਰੀਆਂ ਹੁੰਦੀਆਂ ਹੀ ਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ। ਉਹ ਪਾਵਨ ਧਰਤੀ ਪਾਵਨ ਦਰਬਾਰ ਐਸਾ ਹੈ, ਜੇ ਉੱਥੋਂ ਲੰਘਦਾ ਵੀ ਕੋਈ ਹੱਥ ਜੋੜ ਕੇ ਕਹਿ ਦੇ ਵੀ ਗੁਰੂ ਰਵਿਦਾਸ ਜੀ ਕਿਰਪਾ ਕਰਿਓ, ਸਤਿਗੁਰੂ ਉਹਦੇ ਵੀ ਕਾਰਜ ਸਵਾਰ ਦਿੰਦੇ। ਆਖੋ ਸਤਿਨਾਮ। ਅੱਜ ਉਸ ਮਹਾਨ ਰਹਿਬਰ ਦੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਨੂੰ ਆਪ ਜੀ ਮਨਾ ਰਹੇ ਹੋ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਵਣ, ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ। ਅੱਜ ਸਭ ਪਾਸੇ ਸਤਿਗੁਰੂ ਦੀ ਜੈ ਜੈਕਾਰ ਹੋ ਰਹੀ ਹੈ। ਹੋਵੇ ਵੀ ਕਿਉਂ ਨਾ। ਮੈਂ ਵਿਚਾਰ ਇੱਥੋਂ ਆਰੰਭ ਕੀਤੀ ਸੀ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇੱਕ ਵਾਰੀ ਸਾਰੀ ਸੰਗਤ ਪਿਆਰ ਦਾ ਇਸੇ ਤਰ੍ਹਾਂ ਸਬੂਤ ਦਿਓ, ਫਿਰ ਸਪੂਰਨਤਾ ਹੀ ਹੈ। ਲਾਸਟ ਧਾਰਨਾ ਪੜ੍ਹ ਦਿਓ ਗੱਜ ਕੇ। ਹੋ ਰਹੀ ਹੈ ਤੇਰੀ ਜੈ ਜੈਕਾਰ, 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 ਹੋ ਰਹੀ ਹੈ। ਗੁਰੂ ਰਵਿਦਾਸ ਜੀ ਤੇਰੀ ਜੈ ਜੈਕਾਰ, ਸਾਂਝੀ ਵਾਲਿਆ ਤੇਰੀ ਜੈ ਜੈਕਾਰ, ਜੀ ਤੇਰੀ ਜੈ ਜੈਕਾਰ, ਸਾਂਝੀ ਵਾਲਿਆ ਤੇਰੀ ਜੈ ਜੈਕਾਰ। ਗੁਰੂ ਰਵਿਦਾਸ ਜੀ ਵਾਹ ਵਾਹ। ਖੁਰਾਲਗੜ੍ਹ ਵਾਲਿਆ ਤੇਰੀ ਜੈ ਜੈਕਾਰ, ਗੁਰੂ ਰਵਿਦਾਸ ਜੀ ਤੇਰੀ ਜੈ ਜੈਕਾਰ, ਤੇਰੀ ਜੈ ਜੈਕਾਰ, ਗੁਰੂ ਰਵਿਦਾਸ ਜੀ ਤੇਰੀ ਜੈ ਜੈਕਾਰ। ਖੁਰਾਲਗੜ੍ਹ ਵਾਲਿਆ ਦੇਵਤਿਆਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ, ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ। ਹੋ ਰਹੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਪ੍ਰਧਾਨ ਜੀ ਉਹਨਾਂ ਦਾ, ਸਾਰੀ ਸੰਗਤ ਦਾ, ਵੀਰ ਸਰਬਜੀਤ ਸਿੰਘ ਜੀ, 108 ਸੰਤ ਮਹਾਰਾਜ ਬਾਬਾ ਸੀਤਲ ਦਾਸ ਜੀ ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਸੰਗਤਾਂ ਵਿੱਚ ਆ ਕੇ ਹਾਜ਼ਰੀ ਭਰੀ ਤੇ ਜਥੇ ਨੂੰ ਪਿਆਰ ਬਖਸ਼ਿਆ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਭ ਵਰਗੀਆਂ ਸੰਗਤਾਂ ਦਾ। ਸਤਿਗੁਰਾਂ ਦੇ ਆਗਮਨ ਪਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖੇਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋ ਨਿਰਭੈ। ਰਵਿਦਾਸ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਭ ਸੰਗਤ, ਆਪ ਜੀਆਂ ਨੇ